वाहिगुरू जी का खालसा वाहिगुरू जी की फतेह। पंजाबी ऑडियो बुक सुन रहे सारे ਸਰੋਤਿਆਂ ਨੂੰ मेरे ਮਨਿੰਦਰ कौर ਵੱਲੋਂ प्यार भरी सत श्री अकाल। ਅਸੀਂ शुरू ਕਰਨ जा रहे ਹਾਂ ਤੇ सिख भी निकलिया गया किताब ਦਾ भाग दूजा। अंग्रेजी ਉਹਦੇ ਮੂੰਹ ਵਿੱਚੋਂ ਬਦੋ ਬਦੀ ਨਿਕਲਣ ਨੂੰ ਕਰਦੀ ਸੀ। ਕਿੰਨਾ ਕਿੰਨਾ ਚਿਰ अंग्रेजी बोल के ਉਹਨੂੰ ਖਿਆਲ ਆਉਂਦਾ ਤੇ ਉਹ ਕਹਿੰਦੀ ओ सॉरी ਤੇ ਫਿਰ ਅੱਗੋਂ ਗੱਲ ਪੰਜਾਬੀ ਵਿੱਚ ਸ਼ੁਰੂ ਕਰ ਦਿੰਦੀ। ਉਹਦੇ ਪਤੀ ਨੂੰ ਵੀ ਉਹ ਫਰਾਟੇਦਾਰ ਅੰਗਰੇਜ਼ੀ ਕਰਕੇ ਹੀ ਪਸੰਦ ਆਈ ਸੀ, ਪਰ ਇਸ ਗੱਲ ਦੇ ਉਲਟ ਉਹਦੇ ਭਰਾ ਹਰੀਸ਼ ਦਾ ਹੱਥ ਅੰਗਰੇਜ਼ੀ ਤੋਂ ਤੰਗ ਹੀ ਸੀ। ਦੋਵੇਂ ਭੈਣ ਭਰਾ ਆਨੇ ਟਕੇ ਵਾਲੇ ਸਕੂਲਾਂ ਵਿੱਚ ਹੀ ਪੜ੍ਹੇ ਸਨ, ਕਿਉਂਕਿ ਜੈਨੀ ਪਰਿਵਾਰ ਉਹਨਾਂ ਨੂੰ ਜੈਨ ਸਕੂਲ ਤੋਂ ਬਗੈਰ ਹੋਰ ਕਿਸੇ ਸਕੂਲ ਵਿੱਚ ਪੜ੍ਹਾਉਣਾ ਨਹੀਂ ਸੀ ਚਾਹੁੰਦਾ। ਪਹਿਲਾਂ ਸਾਰੇ ਜੈਨੀ ਹੀ ਇਸ ਤਰ੍ਹਾਂ ਕਰਦੇ ਸਨ ਤੇ ਸਮਝਦੇ ਸਨ ਕਿ ਪੜ੍ਹਾਈ ਦੇ ਨਾਲ-ਨਾਲ ਜੈਨ ਸਕੂਲਾਂ ਵਿੱਚ ਬੱਚੇ ਜੈਨ ਧਰਮ ਦੇ ਤੌਰ ਤਰੀਕੇ ਵੀ ਸਿੱਖ ਜਾਂਦੇ ਹਨ। ਬਿਲਕੁਲ ਇਸੇ ਤਰ੍ਹਾਂ ਹੀ ਅੱਜ ਸਿੱਖ ਵੀ ਬੱਚੇ ਪੜ੍ਹਾਉਣ ਲਈ ਬਾਬਿਆਂ ਤੇ ਸਾਧਾਂ ਦੁਆਰਾ ਚਲਾਏ ਜਾ ਰਹੇ ਸਕੂਲਾਂ ਨੂੰ ਇਸੇ ਕਰਕੇ ਹੀ ਪਹਿਲ ਦਿੰਦੇ ਹਨ। ਪਰ ਨਾ ਤਾਂ ਜੈਨ ਸਕੂਲਾਂ ਦੇ ਪੜ੍ਹੇ ਬੱਚੇ ਕਦੇ ਵਧੀਆ ਜੈਨੀ ਬਣੇ ਹਨ ਤੇ ਨਾ ਹੀ ਬਾਬਿਆਂ ਦੇ ਸਕੂਲਾਂ ਦੇ ਪੜ੍ਹੇ ਬੱਚੇ ਵਧੀਆ ਸਿੱਖ ਬਣਨਗੇ। ਧਰਮ ਦੀ ਜ਼ਿਆਦਾ ਨੇੜਤਾ ਕਈ ਵਾਰ ਧਰਮ ਤੋਂ ਪਰਦੇ ਚੁੱਕ ਦਿੰਦੀ ਹੈ ਤੇ ਬੱਚਾ ਵੱਡਾ ਹੋ ਕੇ ਧਰਮ ਤੋਂ ਬਾਗੀ ਵੀ ਹੋ ਸਕਦਾ ਹੈ। ਦੁਨੀਆ ਦੇ ਵਿਦਵਾਨ ਇਹ ਹੀ ਦੱਸਦੇ ਹਨ। ਅੱਜ ਸਭ ਤੋਂ ਵੱਧ ਸਿੱਖ ਬੱਚੇ ਆਪਣੇ ਧਰਮ ਤੋਂ ਬੇਮੁਖ ਹੋ ਰਹੇ ਹਨ, ਜਦਕਿ ਸਿੱਖ ਧਰਮ ਵਰਗਾ ਨਵਾਂ ਸਾਫ਼ ਸੁਥਰਾ ਤੇ ਮੁਕੰਮਲ ਹੋਰ ਕੋਈ ਧਰਮ ਨਹੀਂ। ਸਿੱਖ ਧਰਮ ਹੀ ਐਸਾ ਧਰਮ ਹੈ ਜੋ ਅਣਖ ਨਾਲ ਜੀਣਾ ਵੀ ਦੱਸਦਾ ਹੈ ਤੇ ਸ਼ਰਨ ਪਏ ਨੂੰ ਮਾਫ਼ ਕਰਨਾ ਵੀ ਸਿਖਾਉਂਦਾ ਹੈ। ਸਾਰੇ ਧਰਮ ਆਪਣਾ ਪ੍ਰਚਾਰ ਕਰਨ ਲਈ ਵਿਚਾਰੇ ਬੱਚਿਆਂ ਨੂੰ ਹੀ ਚੁਣਦੇ ਹਨ, ਕਿਉਂਕਿ ਜੇ ਬਚਪਨ ਤੋਂ ਹੀ ਕਾਬੂ ਕਰਕੇ ਉਹਨਾਂ ਨੂੰ ਧਰਮ ਦੀ ਤੋਤੇ ਰੱਟ ਕਰਵਾ ਦਿੱਤੀ ਜਾਵੇ ਤਾਂ ਉਹ ਉਹਨਾਂ ਨੂੰ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦੀ। ਇਸੇ ਲਈ ਹੀ ਇਸਲਾਮ ਧਰਮ ਵਿੱਚ ਕੁਰਾਨ ਦਾ ਹਵਾਲਾ ਦੇ ਕੇ ਕਿਹਾ ਜਾਂਦਾ ਹੈ ਕਿ ਜਦੋਂ ਬੱਚਾ 10 ਸਾਲ ਦਾ ਹੋ ਜਾਵੇ ਤਾਂ ਮਾਰ-ਮਾਰ ਕੇ ਉਹਨੂੰ ਕੁਰਾਨ ਸ਼ਰੀਫ ਪੜ੍ਹਾਓ। ਹਰ ਧਰਮ ਵਾਲੇ ਥਾਂ-ਥਾਂ ਸਕੂਲ ਖੋਲ੍ਹਦੇ ਹਨ ਤੇ ਆਪਣੇ ਧਰਮ ਦੀਆਂ ਗੱਲਾਂ ਸਿਖਾ ਕੇ ਉਹਨਾਂ ਬੱਚਿਆਂ ਨੂੰ ਆਪਣੇ ਪੱਖ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਮੰਨ ਲਓ ਹਿੰਦੂ ਰਾਮ ਕ੍ਰਿਸ਼ਨ ਨੂੰ ਪਰਮਹੰਸ ਕਹਿੰਦੇ ਹਨ, ਪਰ ਜੈਨੀ ਬੋਧੀ ਤੇ ਸਿੱਖ ਇਹ ਗੱਲ ਨਹੀਂ ਮੰਨਣਗੇ ਤੇ ਕਹਿਣਗੇ ਉਹ ਤਾਂ ਮਾਸ ਮੱਛੀ ਖਾਂਦਾ ਸੀ, ਪਰਮਹੰਸ ਕਿਵੇਂ ਹੋ ਸਕਦਾ ਹੈ? ਕਦੇ ਮਾਸ ਖਾਣ ਵਾਲਾ ਵੀ ਪਰਮਹੰਸ ਹੋਇਆ ਹੈ? ਇਸ ਤਰ੍ਹਾਂ ਬਚਪਨ ਤੋਂ ਹੀ ਧਾਰਮਿਕ ਕਸਵੱਟੀ ਬੱਚਿਆਂ ਨੂੰ ਫੜਾ ਦਿੱਤੀ ਜਾਂਦੀ ਹੈ ਤੇ ਉਹ ਉਸੇ ਨੂੰ ਹੀ ਮਾਪਦੰਡ ਬਣਾਈ ਰੱਖਦੇ ਹਨ। ਪ੍ਰਚਾਰ ਕਰਕੇ ਹੀ ਆਪਣੇ ਧਰਮ ਦਾ ਰੁਤਬਾ ਅਸਲ ਨਾਲੋਂ ਵਧਾਇਆ ਜਾਂਦਾ ਹੈ। ਹਿਟਲਰ ਨੇ ਕਿਹਾ ਹੈ, ਜੋ ਗੱਲ ਵਾਰ-ਵਾਰ ਦੁਹਰਾਈ ਜਾਵੇ ਉਹ ਹੀ ਸੱਚੀ ਲੱਗਣ ਲੱਗ ਪੈਂਦੀ ਹੈ। ਇੱਕ ਵਾਰ ਬੰਦੇ ਦੇ ਦਿਮਾਗ ਵਿੱਚ ਉਹ ਗੱਲ ਬੈਠ ਜਾਵੇ ਫਿਰ ਸੱਚਮੁੱਚ ਦੀ ਸੱਚੀ ਗੱਲ ਵੀ ਉਸਨੂੰ ਝੂਠੀ ਹੀ ਲੱਗਦੀ ਹੈ। ਸਾਰੇ ਸਾਧ ਸੰਤ ਤੇ ਡੇਰੇਦਾਰ ਇਹ ਗੱਲ ਜਾਣ ਚੁੱਕੇ ਹਨ। ਇਸੇ ਲਈ ਹੀ ਉਹ ਆਪਣੇ ਡੇਰੇ ਦੀ ਮਰਿਆਦਾ ਸਮਝਾਉਣ ਲਈ ਧੜਾ ਧੜ ਸਕੂਲ ਖੋਲ੍ਹ ਰਹੇ ਹਨ। ਲੈਕਚਰਾਰ ਹੋਣ ਕਰਕੇ ਮਿੰਨੀ ਦਾ ਗਿਆਨ ਵੀ ਬਹੁਤ ਸੀ। ਉਹ ਬੜੇ ਥੋੜੇ ਜਿਹੇ ਲਫ਼ਜ਼ਾਂ ਦੀ ਗੱਲ ਵਿੱਚ ਹੀ ਸਾਹਮਣੇ ਵਾਲੇ ਨੂੰ ਨਿਰਉੱਤਰ ਕਰ ਦਿੰਦੀ। ਨਾ ਤਾਂ ਉਹ ਜੋਸ਼ ਵਿੱਚ ਆਉਂਦੀ ਨਾ ਗੁੱਸੇ ਵਿੱਚ। ਜੇ ਉਸਨੇ ਗੱਲਬਾਤ ਛੱਡਣੀ ਹੁੰਦੀ ਤਾਂ ਹੱਸਦੀ ਉੱਠ ਕੇ ਚਲੀ ਜਾਂਦੀ। ਮੈਂ ਕਦੇ ਉਹਦੇ ਮੂੰਹੋਂ ਕਿਸੇ ਪ੍ਰਤੀ ਅਪਸ਼ਬਦ ਨਹੀਂ ਸਨ ਸੁਣੇ। ਉਹ ਜਦੋਂ ਬੋਲਦੀ ਤਾਂ ਇਸ ਤਰ੍ਹਾਂ ਲੱਗਦਾ ਜਿਵੇਂ ਮੂੰਹ ਵਿੱਚੋਂ ਫੁੱਲ ਕਿਰ ਰਹੇ ਹੋਣ। ਜਦੋਂ ਵੀ ਉਹ ਗੱਲ ਕਰਦੀ ਤਾਂ ਨਾਲ ਅੰਕੜੇ ਜ਼ਰੂਰ ਦਿੰਦੀ। ਕਈ ਵਾਰ ਤਾਂ ਉਹ ਕਿਤਾਬ ਦਾ ਨਾਂ ਤੇ ਲਿਖਾਰੀ ਦਾ ਨਾਂ ਵੀ ਲੈਂਦੀ। ਜਿਸ ਕਾਲਜ ਵਿੱਚ ਉਹ ਪੜ੍ਹਾਉਂਦੀ ਸੀ ਉੱਥੇ ਵੀ ਉਸਦੀ ਲਾਇਕ ਹੋਣ ਕਰਕੇ ਬਹੁਤ ਇੱਜ਼ਤ ਸੀ। ਆਪਣੀ ਗੱਲਬਾਤ ਵਿੱਚ ਉਹ ਕੋਈ ਵੀ ਐਸੀ ਗੱਲ ਨਹੀਂ ਸੀ ਕਰਦੀ ਜਿਸ ਨਾਲ ਕਿਸੇ ਦਾ ਦਿਲ ਦੁਖ ਸਕਦਾ ਹੋਵੇ ਜਾਂ ਬੁਰਾ ਮੰਨ ਜਾਣ ਦਾ ਡਰ ਹੋਵੇ। ਇੰਨੇ ਸੰਤੁਲਿਤ ਸੁਭਾਅ ਵਾਲੀ ਕੁੜੀ ਇਸ ਤੋਂ ਬਾਅਦ ਮੈਂ ਕਦੇ ਨਹੀਂ ਵੇਖੀ। ਮਿੰਨੀ ਕਹਿੰਦੀ ਪਹਿਲੇ ਜ਼ਮਾਨੇ ਨਾਲੋਂ ਤਾਂ ਹੁਣ ਦਾ ਜ਼ਮਾਨਾ ਕਿਤੇ ਚੰਗਾ ਹੈ। ਵਿਗਿਆਨ ਨੇ ਪਹਾੜਾਂ ਦੀਆਂ ਖੁੰਦਰਾਂ ਵਿੱਚ ਰਹਿੰਦੇ ਨੰਗ ਮਨੰਗ ਮਨੁੱਖਾਂ ਨੂੰ ਖੁੰਦਰਾਂ ਵਿੱਚੋਂ ਕੱਢ ਕੇ ਚੰਦਰਮਾ ਤੱਕ ਪਹੁੰਚਾ ਦਿੱਤਾ ਹੈ। ਜਿਹੜਾ ਚੰਦਰਮਾ ਕਦੇ ਪੂਜਨਿਕ ਸੀ ਤੇ ਹਿੰਦੂ ਔਰਤਾਂ ਕਰਵਾ ਚੌਥ ਦਾ ਵਰਤ ਰੱਖ ਕੇ ਉਸ ਨੂੰ ਅਰਗ ਦਿੰਦੀਆਂ ਸਨ ਤੇ ਮੁਸਲਮਾਨ ਲੋਕ ਚੰਦਰਮਾ ਨੂੰ ਵੇਖ ਕੇ ਰੋਜ਼ਾ ਖੋਲ੍ਹਦੇ ਸਨ।
ਉਹ ਚੰਦਰਮਾ ਅੱਜ ਲੋਕਾਂ ਦੇ ਪੈਰਾਂ ਥੱਲੇ ਹੈ ਤੇ ਉੱਥੇ ਬਸਤੀਆਂ ਵਸਾਉਣ ਬਾਰੇ ਵਿਚਾਰਾਂ ਹੋ ਰਹੀਆਂ ਹਨ, ਪਰ ਲੋਕ ਅਜੇ ਵੀ ਨਵੇਂ ਚੜ੍ਹੇ ਚੰਦਰਮਾ ਵੱਲ ਵੇਖ ਕੇ ਕਹਿੰਦੇ ਹਨ, ਸੁੱਖ ਦਾ ਚੜ੍ਹੀ। ਹੁਣ ਦੇ ਲੋਕ ਵੀ ਅੱਗੇ ਨਾਲੋਂ ਚੰਗੇ ਹਨ। ਪਹਿਲਾਂ ਤਾਂ ਬੰਦਾ ਬੰਦੇ ਨੂੰ ਮਾਰ ਕੇ ਖਾ ਜਾਂਦਾ ਸੀ। ਬਸ ਇਹ ਲਫ਼ਜ਼ ਸੁਣਦਿਆਂ ਹੀ ਹਰੀਸ਼ ਦੀ ਮਾਂ ਝੁੰਚਣੀ ਜਿਹੀ ਲੈਂਦੀ ਤੇ ਕੰਨਾਂ ਤੇ ਹੱਥ ਰੱਖ ਲੈਂਦੀ, ਕਿਉਂਕਿ ਮਾਰਨ ਤੇ ਮਾਰ ਕੇ ਖਾ ਜਾਣ ਵਾਲੀ ਗੱਲ ਤੇ ਲਗਭਗ ਹਰ ਜੈਨੀ ਦਾ ਪ੍ਰਤੀਕਰਮ ਇੱਕੋ ਜਿਹਾ ਹੀ ਹੁੰਦਾ ਹੈ। ਉਹ ਆਪਣੀ ਗੱਲ ਜਾਰੀ ਰੱਖਦੀ ਤੇ ਕਹਿੰਦੀ, ਸਤਯੁਗ ਤੇ ਦੁਆਪਰ ਵਿੱਚ ਤਾਂ ਲੋਕ ਭੁੱਖ ਨਾਲ ਅਕਾਲ ਪੈ ਕੇ ਹੀ ਮਰ ਜਾਂਦੇ ਸਨ ਤੇ ਬਿਮਾਰੀਆਂ ਤੇ ਮਹਾਮਾਰੀਆਂ ਹੀ ਪਿੱਛਾ ਨਹੀਂ ਸਨ ਛੱਡਦੀਆਂ, ਪਰ ਹੁਣ ਜੇ ਐਸਾ ਹੋਵੇ ਤਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਬੱਚੇ ਵੀ ਆਪਣੀਆਂ ਬੁਗਨੀਆਂ ਤੋੜ ਕੇ ਰਿਲੀਫ ਫੰਡ ਵਿੱਚ ਦੇ ਦਿੰਦੇ ਹਨ। ਹੁਣ ਵੀਅਤਨਾਮ ਦੀ ਜੰਗ ਦੀ ਗੱਲ ਹੀ ਲੈ ਲਓ, ਕਿਵੇਂ ਪੂਰੀ ਦੁਨੀਆ ਨੇ ਫੰਡ ਭੇਜੇ ਹਨ ਤੇ ਬੱਚਿਆਂ ਨੇ ਆਪਣੀਆਂ ਆਈਸਕ੍ਰੀਮ ਦੇ ਪੈਸੇ ਬਚਾ ਕੇ ਭੇਜੇ ਹਨ। ਜਦੋਂ ਅਮਰੀਕਾ ਦੇ ਬੱਚਿਆਂ ਨੇ ਵੀ ਵੀਅਤਨਾਮ ਲਈ ਫੰਡ ਭੇਜਿਆ ਤਾਂ ਅਮਰੀਕਾ ਦੀ ਸਰਕਾਰ ਨੂੰ ਵੀ ਸ਼ਰਮ ਆਈ ਤੇ ਇਸ ਤਰ੍ਹਾਂ ਸਰਕਾਰ ਨੇ ਲੜਾਈ ਤੋਂ ਪੈਰ ਪਿੱਛੇ ਸਰਕਾਉਣਾ ਸ਼ੁਰੂ ਕਰ ਦਿੱਤਾ, ਨਹੀਂ ਤਾਂ ਅਮਰੀਕਾ ਦੇ ਲੋਕ ਹੀ ਸਰਕਾਰ ਦੇ ਵਿਰੁੱਧ ਹੋ ਜਾਣ ਦਾ ਡਰ ਸੀ। ਹੁਣ ਬਿਹਾਰ ਦੇ ਅਕਾਲ ਦਾ ਜਲੰਧਰ ਤੱਕ ਅਸਰ ਪਿਆ ਹੈ। ਲੋਕਾਂ ਨੇ ਇੰਨਾ ਉਤਸ਼ਾਹ ਦਿਖਾਇਆ ਹੈ ਕਿ ਸਰਕਾਰ ਨੂੰ ਬਿਹਾਰ ਦਾ ਅਕਾਲ ਏਜੰਡੇ ਦੇ ਸਭ ਤੋਂ ਉੱਤੇ ਲਿਆਉਣਾ ਪਿਆ ਹੈ। ਜਿੱਥੇ ਲੱਖਾਂ ਬੰਦੇ ਮਰਨੇ ਸਨ, ਉੱਥੇ ਸਿਰਫ 40 ਬੰਦੇ ਹੀ ਮਰੇ ਹਨ। ਉਦੋਂ ਮੈਨੂੰ ਆਪਣੇ ਧਰਮ ਵਿੱਚ ਬ੍ਰਾਹਮਣ ਦੁਆਰਾ ਹੋ ਚੁੱਕੀ ਘੁਸਪੈਠ ਦਾ ਉੱਕਾ ਹੀ ਪਤਾ ਨਹੀਂ ਸੀ। ਜਿਸ ਤਰ੍ਹਾਂ ਮੈਨੂੰ ਉਦੋਂ ਪਤਾ ਨਹੀਂ ਸੀ, ਇਸੇ ਤਰ੍ਹਾਂ ਹੀ ਕਈ ਸਿੱਖਾਂ ਨੂੰ ਅੱਜ ਵੀ ਪਤਾ ਨਹੀਂ ਤੇ ਉਹ ਅੱਜ ਵੀ ਹਨੇਰੇ ਦੀ ਦੁਨੀਆ ਵਿੱਚ ਹੀ ਤੁਰੇ ਫਿਰਦੇ ਹਨ। ਜਦੋਂ ਮਿੰਨੀ ਬ੍ਰਾਹਮਣ ਦੇ ਧਰਮਾਂ ਵਿੱਚ ਰਲੇ ਦੀ ਕੋਈ ਗੱਲ ਕਰਦੀ ਤਾਂ ਮੈਂ ਦਿਲ ਹੀ ਦਿਲ ਵਿੱਚ ਸੰਤੁਸ਼ਟ ਜਿਹਾ ਮਹਿਸੂਸ ਕਰਦਾ ਕਿ ਚਲੋ ਅਸੀਂ ਤਾਂ ਬਚ ਗਏ, ਅੱਜ ਤੱਕ ਬ੍ਰਾਹਮਣ ਸਿੱਖ ਧਰਮ ਵਿੱਚ ਨਹੀਂ ਵੜ ਸਕਿਆ। ਪਰ ਮਿੰਨੀ ਦੀ ਗੱਲ ਬੜੀ ਸਪਸ਼ਟ ਸੀ ਕਿ ਬ੍ਰਾਹਮਣ ਨੇ ਜਿਹੜੇ ਵੀ ਧਰਮ ਵਿੱਚ ਘੁਸਪੈਠ ਕਰਨੀ ਹੋਵੇ, ਪਹਿਲਾਂ ਉਸੇ ਦਾ ਹੀ ਭੇਸ ਬਣਾਉਂਦਾ ਹੈ। ਜੇ ਜੈਨ ਧਰਮ ਵਿੱਚ ਵੜਨਾ ਸੀ ਤਾਂ ਜੈਨੀਆਂ ਦਾ, ਬੁੱਧ ਧਰਮ ਵਾਸਤੇ ਬੋਧੀਆਂ ਦਾ, ਪਾਰਸੀਆਂ ਵਾਸਤੇ ਪਾਰਸੀਆਂ ਦਾ ਤੇ ਸਿੱਖਾਂ ਵਾਸਤੇ ਸਿੱਖਾਂ ਦਾ। ਪਰ ਸਿੱਖਾਂ ਵਿੱਚ ਸਿੱਖ ਭੇਸ ਵਿੱਚ ਕੋਈ ਬ੍ਰਾਹਮਣੀ ਘੁਸਪੈਠ ਹੋਈ ਹੈ, ਉਹ ਮੇਰਾ ਬੇਵਕੂਫ ਦਿਮਾਗ ਸਮਝ ਨਾ ਸਕਦਾ। ਜਿਸ ਗੁਰਦੁਆਰੇ ਦੇ ਗ੍ਰੰਥੀ ਨੂੰ ਮੈਂ ਗੁਰੂ ਮਹਾਰਾਜ ਦਾ ਵਜ਼ੀਰ ਸਮਝਦਾ ਸਾਂ, ਉਹ ਹੀ ਬ੍ਰਾਹਮਣ ਹੈ, ਇਹ ਮੈਨੂੰ ਸਮਝ ਨਾ ਆਉਂਦੀ। ਪਰ ਹੁਣ ਮੈਨੂੰ ਕੋਈ ਸ਼ੱਕ ਨਹੀਂ ਰਿਹਾ। ਇਸ ਗੱਲ ਦੀ ਮਿਸਾਲ ਦੇਣ ਲੱਗਿਆਂ ਉਹ ਇੱਕ ਫਿਲਮੀ ਗਾਣੇ ਦਾ ਆਸਰਾ ਲੈ ਲੈਂਦੀ ਤੇ ਕਹਿੰਦੀ, ਪਾਣੀ ਰੇ ਪਾਣੀ ਤੇਰਾ ਰੰਗ ਕੈਸਾ, ਜਿਸਮੇ ਮਿਲਾ ਦੋ ਲਗੇ ਉਸ ਜੈਸਾ। ਮਿੰਨੀ ਸਹਿਜ ਸੁਭਾਅ ਹੀ ਗੱਲ ਕਰੀ ਜਾਂਦੀ। ਸਤਯੁਗ ਵਿੱਚ ਹੀ ਤਾਂ ਕ੍ਰਿਸ਼ਨ ਜੀ ਆਪਣੀ ਰਿਸ਼ਤੇਦਾਰ ਕੁੜੀ ਨੂੰ ਭਜਾ ਕੇ ਲੈ ਗਏ ਸਨ ਤੇ ਦੇਵਤੇ ਅਸਮਾਨ ਤੋਂ ਆ ਕੇ ਲੋਕਾਂ ਦੀਆਂ ਪਤਨੀਆਂ ਨਾਲ ਬਲਾਤਕਾਰ ਕਰ ਜਾਂਦੇ ਸਨ। ਆਮ ਲੋਕਾਂ ਦੀਆਂ ਪਤਨੀਆਂ ਨਾਲ ਹੀ ਨਹੀਂ, ਸਗੋਂ ਰਿਸ਼ੀਆਂ ਮੁਨੀਆਂ ਦੀਆਂ ਪਤਨੀਆਂ ਨਾਲ ਵੀ ਇਹ ਹੁੰਦਾ ਸੀ। ਜੇ ਕੋਈ ਰਿਸ਼ੀ ਵਿਚਾਰਾ ਇਕੱਲਾ ਬੈਠਾ ਤਪ ਕਰ ਰਿਹਾ ਹੁੰਦਾ ਤਾਂ ਉਹਦਾ ਤਪ ਤੋੜਨ ਲਈ ਕੋਈ ਇੰਦਰ ਵਰਗਾ, ਮੇਨਕਾ ਵਰਗੀਆਂ ਵੇਸਵਾਵਾਂ ਨੂੰ ਘੱਲ ਦਿੰਦਾ। ਭਲਾ ਜੇ ਕੋਈ ਤਪ ਕਰ ਰਿਹਾ ਸੀ ਤਾਂ ਕਿਸੇ ਨੂੰ ਕੀ ਤਕਲੀਫ ਸੀ? ਬ੍ਰਹਮਾ ਜਿਸਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਆਪਣੀ ਹੀ ਧੀ ਦਾ ਬਲਾਤਕਾਰ ਕਰਨ ਤੇ ਉਤਰ ਆਇਆ। ਸੀਤਾ ਜੀ ਨੂੰ ਉਦਾਲਿਆ ਗਿਆ ਤੇ ਦ੍ਰੋਪਦੀ ਨੂੰ ਨੰਗਾ ਕੀਤਾ ਗਿਆ। ਬਲਾਤਕਾਰ, ਉਦਾਲਨ ਤੇ ਨੰਗੇ ਕਰਨ ਵਰਗੇ ਲਫ਼ਜ਼ ਬੁੱਢੀ ਜੈਨਣ ਦੇ ਦਿਮਾਗ ਵਿੱਚ ਬੰਬ ਵਾਂਗ ਫਟਦੇ ਤੇ ਉਹ ਘੂਰੀ ਵੱਟ ਕੇ ਕਹਿੰਦੀ, ਨੀ ਚੁੱਪ ਵੀ ਕਰੇਂਗੀ ਕਿ ਪੂਰਾ ਪੀਰੀਅਡ ਲਾ ਕੇ ਹੀ ਹਟੇਂਗੀ? ਤੇਰਾ ਪਿਓ ਤੇ ਤਾਇਆ ਕੋਲ ਬੈਠੇ ਆ, ਚਬੜ ਚਬੜੀ ਕਰੀ ਜਾਨੀ ਏ, ਕੁਝ ਤੇ ਸ਼ਰਮ ਕਰ। ਸੱਚਮੁੱਚ ਹੀ ਇੱਕ ਜੈਨੀ ਪਰਿਵਾਰ ਵਿੱਚ ਬਜ਼ੁਰਗਾਂ ਦੇ ਸਾਹਮਣੇ ਕੁਆਰੀ ਕੁੜੀ ਦੇ ਮੂੰਹੋਂ ਇਹੋ ਜਿਹੇ ਲਫ਼ਜ਼ ਬੇਸ਼ਰਮੀ ਦੀ ਹੱਦ ਸੀ। ਬੁੱਢੀ ਭਾਵੇਂ ਮਿੰਨੀ ਨੂੰ ਵਿੱਚ ਟੋਕਦੀ ਰਹਿੰਦੀ ਸੀ, ਪਰ ਗੱਲਾਂ ਦਾ ਕੰਨ ਰਸ ਉਹਨੂੰ ਵੀ ਬੜਾ ਸੀ। ਜਦੋਂ ਮਿੰਨੀ ਚੁੱਪ ਹੋ ਜਾਂਦੀ ਤਾਂ ਉਹ ਫਿਰ ਕੋਈ ਗੱਲ ਕਰਕੇ ਗੱਲਬਾਤ ਦੁਬਾਰਾ ਸ਼ੁਰੂ ਕਰਵਾ ਦਿੰਦੀ। ਜਿਵੇਂ ਕਹਿ ਦਿੰਦੀ, ਹੁਣ ਤੇ ਰਿਸ਼ਵਤ ਈ ਬੜੀ ਵੱਧ ਗਈ ਏ। ਪਹਿਲੇ ਜ਼ਮਾਨੇ ਵਿੱਚ ਇੰਨੀ ਰਿਸ਼ਵਤ ਤੇ ਨਹੀਂ ਸੀ ਨਾ ਹੁੰਦੀ। ਹੁਣ ਤੇ ਹਰ ਦਫ਼ਤਰ ਵਿੱਚ ਜਿੱਥੇ ਜਾਓ ਪਹਿਲਾਂ ਰਿਸ਼ਵਤ ਤੇ ਫੇਰ ਹੋਰ ਕੋਈ ਗੱਲ। ਇਸ ਤਰ੍ਹਾਂ ਉਹ ਉਨਾ ਚਿਰ ਤੱਕ ਗੱਲ ਨਾਲ ਗੱਲ ਜੋੜੀ ਹੀ ਜਾਂਦੀ ਜਿੰਨਾ ਚਿਰ ਮਿੰਨੀ ਜਾਂ ਹਰੀਸ਼ ਜਾਂ ਕੋਈ ਹੋਰ ਅੱਗੋਂ ਕੋਈ ਗੱਲ ਨਾ ਸ਼ੁਰੂ ਕਰਦਾ। ਰਿਸ਼ਵਤ ਦੇ ਮਾਮਲੇ ਵਿੱਚ ਮਿੰਨੀ ਬੜੀ ਸਪਸ਼ਟ ਸੀ।
ਉਹਦਾ ਖਿਆਲ ਸੀ ਕਿ ਜਿੰਨਾ ਚਿਰ ਤੱਕ ਮੰਦਰਾਂ, ਗੁਰਦੁਆਰਿਆਂ ਤੇ ਮਸਜਿਦਾਂ ਵਿੱਚ ਚੜਾਵਾ ਚੜਾਉਣਾ ਬੰਦ ਨਹੀਂ ਹੁੰਦਾ, ਉਨਾ ਚਿਰ ਤੱਕ ਰਿਸ਼ਵਤ ਬੰਦ ਨਹੀਂ ਹੋ ਸਕਦੀ। ਉਹ ਕਹਿੰਦੀ, ਜਦੋਂ ਇਹ ਸੁਖਣਾ ਸੁਖੀ ਜਾਂਦੀ ਹੈ ਕਿ ਹੇ ਮਹਾਵੀਰ, ਮੇਰੇ 6ਵੀਂ ਵਿੱਚ ਪੜ੍ਹਦੇ ਨਲਾਇਕ ਪੁੱਤ ਨੂੰ ਫਸਟ ਡਿਵੀਜ਼ਨ ਵਿੱਚ ਪਾਸ ਕਰਵਾ ਦੇ, ਮੈਂ ਪ੍ਰਿਯੂਸ਼ਨ ਪਰਵ ਵਿੱਚ 11 ਰੁਪਏ ਦਾ ਪ੍ਰਸ਼ਾਦ ਚੜਾਵਾਂਗੀ। ਅਜੇ ਉਹ ਗੱਲ ਕਰ ਰਹੀ ਹੁੰਦੀ ਤਾਂ ਬੁੱਢੀ ਜੈਨਣ ਛੇਤੀ ਆਪਣੇ ਆਸੇ-ਪਾਸੇ ਤੇ ਅੱਗੇ-ਪਿੱਛੇ ਵੇਖਣ ਲੱਗ ਪੈਂਦੀ ਤੇ ਕਹਿੰਦੀ, ਮੈਨੂੰ ਲੱਗਦਾ ਹੈ ਤੂੰ ਅੱਜ ਉਹਦੇ ਕੋਲੋਂ ਗੁੱਤ ਪਟਾ ਕੇ ਹੀ ਹਟੇਂਗੀ। ਜੇ ਉਹ ਸੁਣ ਲੈਂਦਾ ਤਾਂ ਉਹਨੇ ਹੁਣੇ ਹੀ ਭੁੜਕਣ ਲੱਗ ਪੈਣਾ ਸੀ। ਬਾਅਦ ਵਿੱਚ ਮੈਨੂੰ ਪਤਾ ਲੱਗਾ ਕਿ ਇਹ ਸੁਖਣਾ ਹਰੀਸ਼ ਦੀ ਮਾਂ ਨੇ ਹਰੀਸ਼ ਲਈ ਸੁਖੀ ਸੀ। ਜਦੋਂ ਉਹ 6ਵੀਂ ਵਿੱਚ ਪੜ੍ਹਦਾ ਸੀ ਤੇ ਉਹ ਪੜ੍ਹਾਈ ਵਿੱਚ ਇੰਨਾ ਨਿਕੰਮਾ ਸੀ ਕਿ ਉਹਦੀ ਪਾਸ ਹੋਣ ਦੀ ਉੱਕਾ ਹੀ ਕੋਈ ਆਸ ਨਹੀਂ ਸੀ। ਇੱਕ ਵਾਰ ਹਰੀਸ਼ ਦੀ ਮਾਂ ਨੇ ਪਹਿਲਾਂ ਵੀ ਸੁਖਣਾ ਸੁਖੀ ਸੀ ਕਿ ਜੇ ਹਰੀਸ਼ ਪਾਸ ਹੋ ਜਾਵੇ ਤਾਂ ਮੈਂ 5 ਰੁਪਏ ਦਾ ਪ੍ਰਸ਼ਾਦ ਚੜਾਵਾਂਗੀ। ਉਸਨੇ ਪ੍ਰਸ਼ਾਦ ਦੀ ਰਕਮ ਦੁੱਗਣੀ ਕਰਕੇ 11 ਰੁਪਏ ਕਰ ਦਿੱਤੀ ਤੇ ਨਾਲ ਹੀ ਪਾਸ ਹੋਣ ਤੋਂ ਇਲਾਵਾ ਫਸਟ ਡਿਵੀਜ਼ਨ ਆਉਣ ਦੀ ਵੀ ਸ਼ਰਤ ਰੱਖ ਦਿੱਤੀ ਸੀ। ਮਿੰਨੀ ਨੇ ਉਦੋਂ ਦੀ ਇਹ ਗੱਲ ਫੜ ਲਈ ਸੀ ਤੇ ਜਿੱਥੇ ਕਿਤੇ ਵੀ ਰਿਸ਼ਵਤ ਨਾ ਹਟਣ ਦੀ ਗੱਲ ਕਰਦੀ ਆਪਣੇ ਭਰਾ ਦੀ 6ਵੀਂ ਜਮਾਤ ਵਾਲੀ ਘਟਨਾ ਇਸ ਗੱਲ ਨਾਲ ਜੋੜ ਦਿੰਦੀ। ਭੈਣ ਭਰਾ ਦਾ ਕਈ ਵਾਰ ਝਗੜਾ ਹੋ ਚੁੱਕਾ ਸੀ। ਫਿਰ ਮਿੰਨੀ ਨੇ ਮੈਨੂੰ ਵੀ ਆਪਣੀ ਗੱਲ ਵਿੱਚ ਘੜੀਸ ਲਿਆ ਤੇ ਕਿਹਾ, ਚੱਲ ਕੁਲਬੀਰ, ਤੂੰ ਦੱਸ, ਜੇ ਰੱਬ ਸਿਰਫ 11 ਰੁਪਏ ਲੈ ਕੇ ਇੱਕ ਨਲਾਇਕ ਨੂੰ ਫਸਟ ਡਿਵੀਜ਼ਨ ਵਿੱਚ ਪਾਸ ਕਰਵਾ ਸਕਦਾ ਹੈ ਤਾਂ ਕੋਈ ਸਰਕਾਰ, ਕਲਰਕ ਜਾਂ ਅਫਸਰ ਪੈਸੇ ਕਿਉਂ ਨਾ ਲਵੇ? ਜਿਸ ਨੇ ਕੰਮ ਕਰਕੇ ਸੱਚਮੁੱਚ ਹੀ ਹੱਥ ਫੜਾ ਦੇਣਾ ਹੁੰਦਾ ਹੈ। ਇਸੇ ਤਰ੍ਹਾਂ ਹੀ ਅਫਸਰਾਂ ਦੀ ਰਿਸ਼ਵਤ ਕਲਰਕਾਂ ਨਾਲੋਂ ਵੱਧ ਹੁੰਦੀ ਹੈ ਜਾਂ ਇਹ ਕੰਮ ਦੇ ਹਿਸਾਬ ਨਾਲ ਹੁੰਦੀ ਹੈ। ਪਹਿਲੀ ਵਾਰ ਮੰਮੀ ਨੇ ਮਹਾਵੀਰ ਜੀ ਨੂੰ 5 ਰੁਪਏ ਰਿਸ਼ਵਤ ਦੇਣੀ ਮੰਨੀ ਸੀ। ਬਾਅਦ ਵਿੱਚ ਕੰਮ ਵੱਧ ਗਿਆ ਤੇ ਨਾਲ ਰਿਸ਼ਵਤ ਦੀ ਰਕਮ ਵੀ ਵੱਧ ਗਈ। ਤੇ ਉਹ ਕੰਮ ਕਿਹੜਾ ਹੋ ਗਿਆ ਸੀ? ਮੇਰੀ ਸੁਖਣਾ ਤੇ ਪੂਰੀ ਨਾ ਹੋਈ। ਮੰਮੀ ਉਹ ਕੰਮ ਹੋਣ ਵਾਲਾ ਹੀ ਨਹੀਂ ਸੀ। ਫਸਟ ਡਿਵੀਜ਼ਨ ਵਿੱਚ ਪਾਸ ਕਰਵਾਉਣ ਲਈ ਮਹਾਵੀਰ ਜੀ ਨੂੰ ਆਪ ਹਰੀਸ਼ ਦੇ ਥਾਂ ਬੈਠ ਕੇ ਇਮਤਿਹਾਨ ਦੇਣਾ ਪੈਣਾ ਸੀ, ਪਰ ਉਹ ਵਿਚਾਰੇ ਤਾਂ ਆਪ ਅਨਪੜ੍ਹ ਸਨ, ਫੇਰ ਪੇਪਰ ਲਿਖਦਾ ਕੌਣ? ਬੁੱਢੀ ਸਮੇਤ ਦੂਜੇ 2 ਬੁੱਢੇ ਵੀ ਕੰਨਾਂ ਦੀਆਂ ਕਰੁੰਬਲਾਂ ਥੱਲੇ ਨੂੰ ਖਿੱਚਣ ਲੱਗ ਪੈਂਦੇ ਤੇ ਕਹਿੰਦੇ, ਇੰਨਾ ਘੁਮੰਡ, 2 ਜਮਾਤਾਂ ਪੜ੍ਹ ਕੀ ਗਈ ਹੈ, ਮਹਾਵੀਰ ਨੂੰ ਵੀ ਅਨਪੜ੍ਹ ਦੱਸਦੀ ਹੈ। ਕੀ ਬਣੂ ਇਸ ਕੁੜੀ ਦਾ? ਇਹ ਕਮਿਊਨਿਸਟ ਹੋ ਗਈ ਏ। ਬੁੱਢੀ ਫੱਟ ਗਿੱਲਾ ਬੱਤਰ ਸਾਂਭ ਲੈਂਦੀ ਤੇ ਕਹਿੰਦੀ, ਮੈਂ ਤਾਂ ਕਹਿੰਨੀ ਆ ਵਿਆਹ ਕਰ ਦਈਏ ਇਹਦਾ। ਮਿੰਨੀ ਮੇਰੇ ਵੱਲ ਮੂੰਹ ਕਰਕੇ ਕਹਿੰਦੀ, ਕੁਲਬੀਰ, ਤੂੰ ਹਰਿਆਣੇ ਦੇ ਜਾਟਾਂ ਵਾਲੀ ਗੱਲ ਸੁਣੀਏ। ਇੱਕ ਤੇਲੀ ਤੇ ਜਾਟ ਲੜ ਪਏ। ਤੇਲੀ ਨੇ ਕਿਹਾ, ਜਾਟ ਰੇ ਜਾਟ, ਤੇਰੇ ਸਿਰ ਪੇ ਖਾਟ। ਜਾਟ ਨੂੰ ਅੱਗੋਂ ਕੋਈ ਹੋਰ ਗੱਲ ਨਾ ਔੜੀ ਤਾਂ ਉਸਨੇ ਕਿਹਾ, ਤੇਲੀ ਰੇ ਤੇਲੀ, ਤੇਰੇ ਸਿਰ ਪੇ ਕੋਲੂ। ਕੋਲ ਖਲੋਤੇ ਇੱਕ ਬੰਦੇ ਨੇ ਪੁੱਛਿਆ, ਇਹ ਕੀ ਗੱਲ ਬਣੀ? ਗੱਲ ਤੇ ਨਹੀਂ ਬਣੀ, ਪਰ ਕੋਲੂ ਦਾ ਭਾਰ ਤੇ ਲੱਗੂ ਹੀ। ਉਹ ਗੱਲ ਮੰਮੀ ਦੀ ਏ, ਦੱਸ ਭਲਾ ਇਸ ਗੱਲ ਨਾਲ ਵਿਆਹ ਦਾ ਕੋਈ ਤੁਅੱਲਕ ਹੈ? ਇਸ ਤਰ੍ਹਾਂ ਇਹ ਬੜੀ ਦਿਲਚਸਪ ਤੇ ਖੱਟੀ ਮਿੱਠੀ ਨੋਕ ਝੋਕ ਜਿਹੀ ਚੱਲਦੀ ਰਹਿੰਦੀ। ਵਿੱਚ ਕਈ ਯਬਲੀਆਂ ਮੈਂ ਵੀ ਵੱਢ ਦਿੰਦਾ। ਗੱਲਾਂ ਵਿੱਚ ਮਿੰਨੀ ਦੇ ਪਰਿਵਾਰ ਦੇ ਲੋਕ ਉਹਨੂੰ ਧਰਮ ਵਿਰੁੱਧ ਗੱਲਾਂ ਕਰਨ ਤੇ ਪਾਪ ਲੱਗਣ ਦਾ ਡਰਾਵਾ ਵੀ ਦਿੰਦੇ ਰਹਿੰਦੇ ਤੇ ਨਰਕ ਵਿੱਚ ਸੁੱਟੇ ਜਾਣ ਦਾ ਡਰ ਵੀ ਦਿੰਦੇ, ਪਰ ਇਹਨਾਂ ਗੱਲਾਂ ਨੂੰ ਨਾ ਉਹ ਮੰਨਦੀ ਸੀ ਤੇ ਨਾ ਹੀ ਉਸ ਮਲੂਕ ਜਿਹੀ ਕੁੜੀ ਨੂੰ ਡਰ ਹੀ ਲੱਗਦਾ ਸੀ। ਉਹ ਬਰਟੈਂਡ ਰਸਲ ਨਾਂ ਦੇ ਇੱਕ ਵਿਦਵਾਨ ਦਾ ਹਵਾਲਾ ਦੇ ਕੇ ਦੱਸਦੀ ਸੀ ਕਿ ਉਸਨੇ ਇੱਕ ਕਿਤਾਬ ਲਿਖੀ ਹੈ ਜਿਸ ਦਾ ਨਾਂ ਮੈਂ ਈਸਾਈ ਕਿਉਂ ਨਹੀਂ। ਈਸਾਈ ਇੱਕ ਹੀ ਜਨਮ ਮੰਨਦੇ ਹਨ ਤੇ ਨਰਕ ਸਵਰਗ ਵਿੱਚ ਸੁੱਟੇ ਜਾਣ ਦੀ ਗੱਲ ਵੀ ਕਰਦੇ ਹਨ। ਬਰਟੈਂਡ ਰਸਲ ਨੇ ਕਿਹਾ ਕਿ ਮੈਂ ਹੁਣ ਤੱਕ ਜਿੰਨੇ ਵੀ ਪਾਪ ਕੀਤੇ ਹੋਏ ਹੋਣ ਤੇ ਜਿੰਨੇ ਕਰਨ ਲਈ ਸੋਚੇ ਹੋਣ ਪਰ ਕਰ ਨਾ ਸਕਿਆ ਹੋਵਾਂ, ਉਹ ਸਾਰੇ ਹੀ ਅਗਰ ਜੇ ਕਿਸੇ ਸਖਤ ਤੋਂ ਸਖਤ ਜੱਜ ਅੱਗੇ ਵੀ ਮੰਨ ਜਾਵਾਂ ਤਾਂ ਮੈਨੂੰ 4-5 ਸਾਲਾਂ ਤੋਂ ਵੱਧ ਸਧਾਰਨ ਕੈਦ ਦੀ ਸਜ਼ਾ ਨਹੀਂ ਹੋ ਸਕਦੀ। ਏਦਾਂ ਦੀਆਂ ਵਿਦਵਤਾ ਭਰਪੂਰ ਤੇ ਉੱਚੀਆਂ ਗੱਲਾਂ ਸੁਣ ਕੇ ਬੁੱਢੀ ਨੂੰ ਆਪਣੀ ਵਿਦਵਾਨ ਧੀ ਤੇ ਬੜਾ ਨਾਜ਼ ਤੇ ਫਖਰ ਮਹਿਸੂਸ ਹੁੰਦਾ ਤੇ ਉਹਦਾ ਮੱਥਾ ਚੁੰਮ ਕੇ ਉਹ ਕਹਿੰਦੀ, ਜੀਂਦੀ ਰਵੇ ਮੇਰੀ ਧੀ, ਕਿਤੇ ਮੇਰੀ ਹੀ ਨਜ਼ਰ ਨਾ ਲੱਗ ਜਾਵੇ। ਕਿੱਡੀਆਂ ਸਵਾਦੀ ਗੱਲਾਂ ਕਰਦੀ ਏ।
इदां दीयां गल्लां तां मैं कदे सत्संग विच भी नहीं सुणीआं। हर जैनी हर वेले पाप दे डर तो अंदर अंदर डरदा रहिंदा है, पर जे कोई कह देवे कि पाप नहीं लग सकदा तां उन्हां नूं बड़ा हौसला मिलदा है। मिन्नी दीयां गल्लां भी उन्हां नूं बड़ा हौसला दिंदियां सन, पर जैन संस्कारां तो भी डरदे रहिंदे सन। मिन्नी दीयां ਇਹ ਗੱਲਾਂ ਸੁਣ ਕੇ ਮੈਨੂੰ ਆਪਣੇ ਬਚਪਨ ਦੇ ਉਹ ਦਿਨ ਯਾਦ ਆ ਜਾਂਦੇ ਜਦੋਂ ਮੈਂ ਤੇ ਮੇਰੇ ਨਾਲ ਦੇ ਦੂਜੀ ਤੀਜੀ ਵਿੱਚ ਪੜ੍ਹਦੇ 5-6 ਸਾਥੀ ਸਕੂਲ ਪੜ੍ਹਨ ਜਾਂਦੇ ਹੁੰਦੇ ਸਾਂ। ਸਕੂਲ ਦੇ ਰਾਹ ਵਿੱਚ ਇੱਕ ਸ਼ਮਸ਼ਾਨ ਘਾਟ ਸੀ, ਜਿਸ ਦਾ ਵਿਰਲਾ ਜਿਹਾ ਲੋਹੇ ਦਾ ਗੇਟ ਸੜਕ ਦੇ ਐਨ ਕੰਢੇ ਤੇ ਪੈਂਦਾ ਸੀ ਤੇ ਉਸ ਗੇਟ ਦੇ ਅੰਦਰੋਂ ਉਹ ਬਹੁਤ ਹੀ ਵੱਡਾ ਸਾਰਾ ਵਰਾਂਡਾ ਸਾਰੇ ਦਾ ਸਾਰਾ ਦਿਸਦਾ ਸੀ, ਜਿਸ ਦੀਆਂ ਕੰਧਾਂ ਤੇ ਧਰਮਰਾਜ ਦੀ ਕਚਹਿਰੀ, ਜਿੱਥੇ ਮਰ ਕੇ ਗਏ ਪ੍ਰਾਣੀਆਂ ਦਾ ਲੇਖਾ ਜੋਖਾ, ਸਜ਼ਾਵਾਂ, ਮੁਆਫੀਆਂ ਤੇ ਨਰਕ ਸਵਰਗ ਵਿੱਚ ਭੇਜਣ ਦੇ ਫੈਸਲੇ ਹੁੰਦੇ ਚਿੱਤਰੇ ਗਏ ਸਨ। ਇੱਕ ਚਿੱਤਰ ਵਿੱਚ ਸੰਡੇ ਤੇ ਸਵਾਰ ਯਮਦੂਤ ਨੂੰ ਮਾਤਲੋਕ ਵੱਲ ਨੂੰ ਆਉਂਦਾ ਵਿਖਾਇਆ ਗਿਆ ਸੀ। ਮਾਤਲੋਕ ਵਿੱਚ ਕੁਝ ਲੋਕ ਆਪਣੇ ਆਪਣੇ ਕਾਰ ਵਿਹਾਰ ਕਰਦੇ ਵਿਖਾਏ ਗਏ ਸਨ, ਜਿਨ੍ਹਾਂ ਦੇ ਮੋਢਿਆਂ ਤੇ 2 ਨਿੱਕੇ ਨਿੱਕੇ ਗੁੱਡੀਆਂ ਜਹੀਆਂ ਵਰਗੇ ਪੁਤਲੇ ਜਿਹੇ ਚਿੱਤਰ ਗੁਪਤ ਵਿਖਾਏ ਹੋਏ ਸਨ। ਉਹਨਾਂ ਦੇ ਹੱਥ ਵਿੱਚ ਕਾਪੀਆਂ ਤੇ ਲਿਖਣ ਨੂੰ ਜਾਨਵਰਾਂ ਦੇ ਖੰਭ ਫੜੇ ਹੋਏ ਸਨ। ਉਹਨਾਂ ਦੇ ਲਿਖੇ ਅਨੁਸਾਰ ਹੀ ਦੂਸਰੇ ਚਿੱਤਰ ਵਿੱਚ ਧਰਮਰਾਜ ਫੈਸਲਾ ਕਰ ਰਿਹਾ ਵਿਖਾਇਆ ਹੋਇਆ ਸੀ। ਅੱਗੇ ਇੱਕ ਵੱਡਾ ਸਾਰਾ ਕੜਾਇਆ ਤੇਲ ਨਾਲ ਭਰਿਆ ਹੋਇਆ ਪਿਆ ਸੀ, ਜਿਸ ਦੇ ਥੱਲੇ ਤਹੀਆ ਤੈ ਅੱਗ ਬਲ ਰਹੀ ਸੀ ਤੇ ਕੜਾਹੇ ਦਾ ਤੇਲ ਖੌਲ ਰਿਹਾ ਸੀ, ਜਿਸ ਵਿੱਚ ਇੱਕ ਪਾਪੀ ਐਲਾਨੇ ਜਾ ਚੁੱਕੇ ਬੰਦੇ ਨੂੰ ਸੁੱਟਣ ਲਈ ਜੱਲਾਦ ਤਿਆਰ ਸਨ, ਬਲਕਿ ਉਹਨਾਂ ਨੇ ਉਸ ਬੰਦੇ ਨੂੰ ਆਪਣੀਆਂ ਮਜ਼ਬੂਤ ਬਾਹਾਂ ਨਾਲ ਚੁੱਕਿਆ ਹੋਇਆ ਸੀ ਤੇ ਹੁਣ ਸੁੱਟਿਆ ਕਿ ਕਦੋਂ ਸੁੱਟਿਆ ਵਾਲਾ ਦ੍ਰਿਸ਼ ਸੀ। ਉਸ ਤੋਂ ਅਗਲੇ ਚਿੱਤਰ ਵਿੱਚ ਇੱਕ ਖੂਬਸੂਰਤ ਲੰਮੇ ਵਾਲਾਂ ਵਾਲੀ ਸੁੰਦਰ ਤੇ ਜਵਾਨ ਔਰਤ ਨੂੰ ਅੱਗ ਵਿੱਚ ਸੁੱਟਣ ਲਈ ਫੜ ਕੇ ਲਈ ਜਾਂਦੇ ਜਲਾਦਾਂ ਦਾ ਡਰਾਉਣਾ ਚਿੱਤਰ ਸੀ। ਉਸ ਤੋਂ ਅਗਲੇ ਚਿੱਤਰ ਵੇਖਣ ਲਈ ਸਾਨੂੰ ਗੇਟ ਦੇ ਬਿਲਕੁਲ ਖੱਬੇ ਪਾਸੇ ਵੱਲ ਖਲੋ ਕੇ ਵੇਖਣਾ ਪੈਂਦਾ ਸੀ। ਇਹ ਚਿੱਤਰ ਵੀ ਬਹੁਤ ਡਰਾਉਣਾ ਸੀ। ਇੱਕ ਸੂਦਖੋਰ ਜਿਹੇ ਮੋਟੇ ਢਿੱਡ ਵਾਲੇ ਲਾਲੇ ਦੀਆਂ ਲੱਤਾਂ, ਢਿੱਡ, ਪੱਟਾਂ ਤੇ ਬਾਹਾਂ ਵਿੱਚੋਂ ਲੰਮੇ ਲੰਮੇ ਸੁੰਡਿਆਂ ਵਰਗੇ ਕੀੜੇ ਨਿਕਲਦੇ ਵੜਦੇ ਵਿਖਾਏ ਗਏ ਸਨ। ਇਸੇ ਤਰ੍ਹਾਂ ਜਿਹੜਾ ਝੂਠ ਬੋਲੇ ਉਹਨੂੰ ਕੌੜਿਆਂ ਦੀ ਮਾਰ ਪੈਂਦੀ, ਜਿਹੜਾ ਜਾਨਵਰਾਂ ਨੂੰ ਮਾਰੇ ਉਹਦੀ ਪੁੱਠਾ ਕਰਕੇ ਖੱਲ ਲੈਂਦੀ, ਜਿਹੜਾ ਸ਼ਰਾਬ ਪੀਵੇ ਉਹਦੇ ਮੂੰਹ ਵਿੱਚ ਦਗ ਦਾ ਕੋਲਾ ਰੱਖਣ, ਅਤੇ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਦਿਲ ਕੰਬਾਊ ਚਿੱਤਰ ਸਨ। ਇਹਨਾਂ ਚਿੱਤਰਾਂ ਨੂੰ ਅਸੀਂ ਨਾ ਚਾਹੁੰਦੇ ਹੋਏ ਵੀ ਕੋਲੋਂ ਲੰਘ ਕੇ ਸਕੂਲ ਜਾਣ ਵੇਲੇ ਤੇ ਆਉਣ ਵੇਲੇ ਜ਼ਰੂਰ ਵੇਖਦੇ ਸਾਂ। ਸਾਨੂੰ 5-6 ਮੁੰਡਿਆਂ ਦੀ ਢਾਣੀ ਨੂੰ ਗੇਟ ਲਾਗੇ ਖਲੋ ਕੇ ਗੌਰ ਨਾਲ ਵੇਖਦਿਆਂ ਨੂੰ ਸਮਝਾਉਣ ਵਾਸਤੇ ਇੱਕ ਜੱਟਾਂ ਵਾਲਾ ਬਾਬਾ ਆ ਜਾਂਦਾ ਸੀ ਤੇ ਸਾਨੂੰ ਇਕੱਲੇ ਇਕੱਲੇ ਚਿੱਤਰ ਬਾਰੇ ਸਮਝਾਉਂਦਾ ਸੀ। ਔਰਤ ਬਾਰੇ ਉਹ ਕਹਿੰਦਾ, ਇਹ ਵਿਭਚਾਰੀ ਔਰਤ ਹੈ ਜੋ ਆਪਣੇ ਪਤੀ ਤੋਂ ਇਲਾਵਾ ਹੋਰ ਕਿਸੇ ਨਾਲ ਵੀ ਭੋਗ ਕਰਦੀ ਸੀ। ਇਹੋ ਜਿਹੀਆਂ ਦਾ ਇਹ ਹੀ ਹਾਲ ਹੁੰਦਾ ਹੈ। ਉਦੋਂ ਸਾਨੂੰ ਨਾ ਤਾਂ ਵਿਭਚਾਰ ਦਾ ਪਤਾ ਹੁੰਦਾ ਸੀ ਤੇ ਨਾ ਹੀ ਭੋਗ ਦਾ। ਜਿਸ ਮੋਟੇ ਬੰਦੇ ਦੇ ਸਰੀਰ ਵਿੱਚ ਕੀੜੇ ਨਿਕਲਦੇ ਵੜਦੇ ਸਨ, ਉਹ ਲੋਕਾਂ ਨੂੰ ਤੇ ਖਾਸ ਕਰ ਗਰੀਬਾਂ ਨੂੰ ਲੁੱਟਣ ਵਾਲਾ ਸੀ। ਮੁਰਦੇ ਸਾੜਨ ਵਾਲਾ ਉਹ ਬਾਬਾ ਕਹਿੰਦਾ, ਇਹਨਾਂ ਕੀੜਿਆਂ ਦੀ ਤਕਲੀਫ ਨਾਲ ਤੇ ਅੱਗ ਵਿੱਚ ਸੜਨ ਨਾਲ ਬੰਦਾ ਮਰਦਾ ਵੀ ਨਹੀਂ, ਬਸ ਦੁੱਖ ਹੀ ਭੋਗਦਾ ਹੈ। ਨਰਕ ਦਾ ਦ੍ਰਿਸ਼ ਬਰਾਂਡੇ ਦੀ ਖੱਬੀ ਬਾਹੀ ਵਾਲੇ ਪਾਸੇ ਪੂਰੀ ਕੰਧ ਉੱਤੇ ਸੀ। ਪਿਸ਼ਾਬ, ਟੱਟੀ ਤੇ ਗੰਦ ਮੰਦ ਵਿੱਚ ਖਲੋਤੇ ਲੋਕ ਹੀ ਰੋਟੀ ਖਾਂਦੇ ਅਤੇ ਪਾਣੀ ਪੀਂਦੇ ਵਿਖਾਏ ਗਏ ਸਨ। ਉਹਨਾਂ ਦੇ ਸੌਣ ਲਈ ਵੀ ਕੋਈ ਥਾਂ ਨਹੀਂ ਸੀ। ਉਹ ਸਾਰੇ ਵੀ ਜ਼ਿੰਦਗੀ ਦੇ ਦੁੱਖ ਉਠਾ ਰਹੇ ਸਨ। ਸੱਜੇ ਪਾਸੇ ਵਾਲੀ ਕੰਧ ਤੇ ਬਹੁਤ ਹੀ ਸੁੰਦਰ ਚਿੱਤਰ ਸੀ। ਸੁੰਦਰ ਬਾਗ, ਸੋਨੇ ਦੇ ਸੇਬ ਲਟਕਦੇ ਤੇ ਸੋਨੇ ਦੇ ਫਲਾਂ ਵਾਲੇ ਹੀ ਹੋਰ ਦਰਖਤਾਂ ਦੇ ਥੱਲੇ ਅਧਨੰਗੀਆਂ ਗਹਿਣਿਆਂ ਨਾਲ ਲੱਦੀਆਂ ਬਹੁਤ ਹੀ ਸੁੰਦਰ ਔਰਤਾਂ ਵਿਖਾਈਆਂ ਗਈਆਂ ਸਨ, ਜਿਨ੍ਹਾਂ ਨੂੰ ਪੁਜਾਰੀ ਪਰੀਆਂ ਕਹਿੰਦਾ ਸੀ। ਬਾਗ ਦੇ ਵਿੱਚੋਂ ਦੀ ਇੱਕ ਨਦੀ ਵਗਦੀ ਵਿਖਾਈ ਗਈ ਸੀ, ਜਿਸ ਦਾ ਪਾਣੀ ਬਹੁਤ ਚਿੱਟਾ ਸੀ। ਦਰਅਸਲ ਉਹ ਪਾਣੀ ਨਹੀਂ, ਦੁੱਧ ਦੀ ਨਦੀ ਸੀ। ਉਸ ਨਦੀ ਦੇ ਕੰਢੇ ਤੇ ਦੋਹੀਂ ਪਾਸੀ ਬੜੀ ਹਰਿਆਲੀ ਸੀ ਤੇ ਦਰਖਤਾਂ ਦੇ ਥੱਲੇ ਪਲੰਘ ਡੱਠੇ ਹੋਏ ਸਨ। ਉਹਨਾਂ ਤੇ ਰਾਜਿਆਂ ਵਰਗੇ ਕੱਪੜੇ ਪਾਈ, ਮੋਟਿਆਂ ਮੋਟਿਆਂ ਮਣਕਿਆਂ ਵਾਲੀਆਂ ਮਾਲਾਂ ਤੇ ਸਿਰ ਤੇ ਚਿੱਟੀਆਂ ਕਲਗੀਆਂ ਲਾਈ ਰਾਜਿਆਂ ਵਰਗੇ ਬੰਦੇ ਬੈਠੇ ਸਨ, ਜਿਨ੍ਹਾਂ ਨੂੰ ਪਰੀਆਂ ਸੁਰਾਹੀਆਂ ਵਿੱਚੋਂ ਗਲਾਸਾਂ ਵਿੱਚ ਪਾ ਪਾ ਕੇ
शराब फड़ाउंदियां सन। कई राजे अध लेटे पए सन ते ओह सुंदर औरतां भी किसे किसे राजे ते एक ते किसे किसे ते दो लेटियां होईयां सन। उन्हां दे मूँह राजियां दे मूँहां दे बहुत नेड़े करके विखाए गए सन। यह चित्र साडीआं अखां नूं बहुत चंगा लगदा ते तसल्ली भी दिंदा कि असीं ते चंगे काम करके स्वर्गा विच ही जावांगे। पर साडा धुर अंदर तक दिल कंब जांदा जदों असीं नियाणे आपस विच गल्लां करदे, यार कल मैं एक चूहा मार दिता सी, किते ओहदा पाप तां ना मैनूं लगू। दूजा कहंदा, भरावा कल साडे घर परौणे आए ते पापा जी आखन लगे जां बाहरों अपना लाल कुक्कड़ वड्डियां खारां वाला फड़ के लिया। वड्डिया ते ओनू मेरे चाचे ने सी, पर फड़ के ते मैं ही लियाया सा ना। इस तरह असी अपने आप नूं गुनाहां विच ग्रसे होए ते पापी ठहराउंदे होए भारे कदमां नाल तुरे जांदे ते दिल ही दिल विच पछताउंदे भी जांदे। इस तरह सोचां विच डुੱਬਿਆਂ नूं सानूं पता ही ना लगदा कि कदों साडा स्कूल आ गया है। जरा ध्यान नाल सोचीए तां ब्राह्मण दे बनाए होए इस जाल दी पूरी समझ लग जांदी है। ब्राह्मण ने कहा, इत्थे मैनूं दान दिओ, स्वर्ग विच तुहानूं कई हज़ार गुणा वध मिलेगा। इत्थे शराब ना पीओ, पर नाल ही यह लालच भी दिता कि स्वर्गां विच तुहानूं ओह सारे सुख मिलणगे जिहड़े इत्थे मना हन। इस विच पर इस्त्री भोग तो भी छूट मिल गई। गल की ओह सारे सुख जिहड़े इस जन्म विच इस धरती ते मना हन, पर स्वर्ग विच ओह आम हन। शर्त यह है कि ब्राह्मण की सेवा करनी पवेगी ते ओहदे दस्से अनुसार चलना पवेगा। ब्राह्मण दे इस सिद्धांत नूं लगभग सारे ही धर्मां ने अपने अपने ढंग नाल अपनाया है। इस्त्री नूं स्वर्ग विच भी आज़ाद दर्जा नहीं दिता गया। स्वर्ग विच भी इस्त्री भोग की वस्तु ही है। मुसलमान धर्म यह तां कहंदा है कि जन्नत विच एक एक मुसलमान नूं 70 परियां मिलणगियां, पर औरत नूं किन्ने दिओ मिलणगे इस गल दा कोई जिक्र नहीं करदा। मनुख इस आस ते जिंदा है कि भावें मैनूं इत्थे कोई सुख नहीं मिलिया, पर स्वर्ग विच जाके मैनूं सारे सुख मिलणगे। इसे लई ही अखां मीट के मनुख धर्म विच विश्वास करदा जिंदगी गुजारदा है। गुरुद्वारियां विच ग्रंथी इन बिन ब्राह्मण दे सिद्धांत ते चलदा होया यह ही गल्लां करदा है। ग्रंथियां ते कीर्तनियां दियां इहो जिहियां गल्लां विचों गुरुआं दे सिद्धांत ते जीवन जांच हौली हौली अलोप हुंदी जा रही है ते सिख भी हिंदू ही बनदा जा रहा है। इस तरह दे चित्रां वाला यह कोई इकल्ला शमशान घाट नहीं सी। इस शहर विच जिन्ने भी शमशान घाट सन, सब विच ही इस तरह की चित्रकारी हुई है। बल्कि हरियाणे विच तां इस तरह के कई चित्र सीमेंट दे भी बनाए हुए हैं। हरियाणे दे जींद शहर दे शमशान घाट विच बहुत चित्र ऐसे हैं जिन्हां नूं वेख के बंदे दे धुर अंदर डर दी तार कौंध जाती है। अपने बचपन दे वेखे हुए यह चित्र मैं अज तक नहीं भुल सकिया। मेरा बचपन बहुत ही डर डर के लंघिया है। वड्डे हो के भी किसी दी अर्थी नाल जाना पैंदा है तां यह ही चित्र अग्गों दसदे हैं। सिखां दे शमशान घाट हिंदुआं नाल सांझे होण करके दोवां ते ही बराबर हिंदू संस्कृति का प्रभाव पैंदा है। भावें सिख जिन्ना मर्जी आखण साडा धर्म वखरा है, पर शमशान घाटां दा डर तां इक्को जिहा ही है। भावें बाणी कुछ वखरा ही कहंदी होवे तां भी सिख हिंदू सोच नाल रल गड्ड होए बिना नहीं रह सकदे। शहरां विच तां बातां सुणाउण वाली दादी भी हिंदू ते सिख दी इक्को ही हुंदी है। फिर दोवां धर्मां दा फर्क किवें उभर के सामने आवे। असल विच हिंदुआं वांग जैन धर्म विच भी पाप ते पाप दी सज़ा इन्नी वार लोकां सामने दोहराई गई है कि हर जैनी अपने आप नूं कसूरवार ते सज़ा दा भागी समझदा है ते इस तरह घोर नरक दे डर तों डरिया रहिंदा है। मिन्नी दियां इस तरह दियां चढ़दी कला वालियां गल्लां उन्हां नूं हौसला दिंदियां सन, पर यह तरंग थोड़े समय दी ही हुंदी जदों उन्हां नूं ख्याल आ जांदा कि यह गल्लां तां किसे बर्टैंड रसल ने कहियां हन। जैनियां दे किसे गुरु ने थोड़ा आखियां हन। यह विचार आउंदियां ही उन्हां दा मूँह भैड़ा जिहा हो जांदा ते नरक दा डर फिर उन्हां ते भारू हो जांदा। जे इहो ही गल कोई जैनी गुरु कहंदा फिर ओह मन्नण योग होनी सी। ईसाईया दा की है, ओह तां एवें ही कई गल्लां इधर उधर दियां करदे रहिंदे हन। ईसाई धर्म
ਜਾਂ ਕੋਈ ਹੋਰ ਧਰਮ ਜੈਨ ਧਰਮ ਦੇ ਪਾਏ ਦੇ ਥੋੜਾ ਹਨ। ਬਸ ਬਿਲਕੁਲ ਇਹੋ ਗੱਲ ਹੀ ਸਿੱਖ ਧਰਮ ਦੀ ਹੈ। ਸਿੱਖ ਪਰਿਵਾਰਾਂ ਵਿੱਚ ਵੀ ਲਗਭਗ ਇਹੋ ਜਿਹੀਆਂ ਗੱਲਾਂ ਹੀ ਹੁੰਦੀਆਂ ਹਨ। ਸਿੱਖ ਕਿਸੇ ਵਿਦਵਾਨ ਦੀ ਗੱਲ ਨਾਲੋਂ ਅਨਪੜ੍ਹ ਕਥਾਵਾਚਕ ਦੀ ਗੱਲ ਨੂੰ ਜ਼ਿਆਦਾ ਧਿਆਨ ਨਾਲ ਸੁਣਦੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਈਆਂ ਥਾਵਾਂ ਤੇ ਸਵਰਗ ਨਰਕ ਦਾ ਖੰਡਨ ਹੈ ਤੇ ਕਈ ਥਾਈਂ ਨਹੀਂ। ਡਰ ਤੇ ਅਣਜਾਣਿਆ ਭਉ ਸਿੱਖਾਂ ਦੇ ਮਨਾਂ ਵਿੱਚ ਵੀ ਬੈਠਾ ਹੋਇਆ ਹੈ। ਇਸੇ ਲਈ ਹੀ ਸਿੱਖ ਤੇ ਇੱਥੋਂ ਤੱਕ ਕਿ ਅੰਮ੍ਰਿਤਧਾਰੀ ਸਿੰਘ ਵੀ ਸਮਾਧਾਂ ਤੇ ਮੜੀਆਂ ਆਦਿ ਥਾਵਾਂ ਤੇ ਮੱਥਾ ਟੇਕ ਦਿੰਦੇ ਹਨ। ਵਡਭਾਗ ਸਿੰਘ ਦੇ ਡੇਰੇ, ਧੀਰ ਮੱਲੀਆਂ ਤੇ ਰਾਮ ਰਾਈਆਂ ਦੇ ਡੇਰੇ ਤੇ ਜਿੱਥੇ ਜਾਣਾ ਤਾਂ ਕਿ ਸੁਪਨੇ ਵਿੱਚ ਵੀ ਇਹਨਾਂ ਥਾਵਾਂ ਦਾ ਧਿਆਨ ਮਨ ਵਿੱਚ ਲਿਆਉਣਾ ਤੇ ਇਹਨਾਂ ਨਾਲ ਕੋਈ ਮੇਲ ਮਿਲਾਪ ਰੱਖਣਾ ਸਿੱਖ ਧਰਮ ਵਿੱਚ ਮਨਾ ਹੈ। ਉੱਥੇ ਅੰਮ੍ਰਿਤਧਾਰੀ ਸਿੰਘ ਸ਼ਬਦ ਪੜ੍ਹਦੇ ਜਾਂਦੇ ਹਨ। ਇਸ ਵਿਗਿਆਨਕ ਯੁੱਗ ਵਿੱਚ ਵੀ ਕਈ ਸਿੱਖ ਕਹਿੰਦੇ ਹਨ ਕਿ ਸੁਲਤਾਨਪੁਰ ਲੋਧੀ ਇੱਕ ਐਸੀ ਜਗ੍ਹਾ ਹੈ ਜਿੱਥੇ ਤੇਈਆ ਤਾਪ ਕੈਦ ਕੀਤਾ ਹੋਇਆ ਹੈ। ਹੁਣ ਵੀ ਸਿੱਖ ਤੇਈਆ ਬੁਖਾਰ ਚੜਨ ਤੇ ਉੱਥੇ ਜਾਂਦੇ ਹਨ ਤੇ ਨੱਕ ਰਗੜਦੇ ਹਨ। ਇਸ ਵਿਗਿਆਨਕ ਯੁੱਗ ਵਿੱਚ ਵੀ ਸਿੱਖਾਂ ਦੇ ਅਨਪੜ੍ਹਤਾ ਦੀ ਦਲਦਲ ਵਿੱਚ ਨਿੱਘਰ ਜਾਣ ਦੀਆਂ ਨਿਸ਼ਾਨੀਆਂ ਮੌਜੂਦ ਹਨ। ਅਸਲ ਵਿੱਚ ਸਿੱਖ ਉਹ ਰਿਹਾ ਹੀ ਨਹੀਂ ਜੋ ਗੁਰੂ ਨਾਨਕ ਦੇਵ ਜੀ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾ ਕੇ ਸਜਾਇਆ ਸੀ। ਹੁਣ ਤਾਂ ਇਹ ਭੁਲੇਖਿਆਂ, ਭੇਖ ਤੇ ਗਲਤ ਫਹਿਮੀ ਦਾ ਸ਼ਿਕਾਰ ਇੱਕ ਪੁਤਲਾ ਮਾਤਰ ਪ੍ਰਾਣੀ ਹੈ ਜੋ ਲਾਈ ਲਗ ਪ੍ਰਵਿਰਤੀ ਦਾ ਬਣ ਜਾਣ ਕਰਕੇ ਆਵਾਗੋਣ ਹੀ ਕਰਮਕਾਂਡਾਂ ਵਿੱਚ ਫਸਿਆ ਹੋਇਆ ਇੱਕ ਪੈਂਦ ਕੀਤਾ ਗਿਆ ਹਿੰਦੂ ਨਜ਼ਰ ਆਉਂਦਾ ਹੈ, ਜਿਸ ਦੀ ਪੈਂਦ ਖਤਮ ਹੋ ਚੁੱਕੀ ਹੈ ਤੇ ਇਹ ਪਹਿਲੀ ਗੰਢ ਤੋਂ ਹੀ ਫਿਰ ਪੁੰਗਰ ਕੇ ਹਿੰਦੂ ਬੂਟਾ ਬਣ ਗਿਆ ਹੈ। ਹੁਣ ਤਾਂ ਇਸ ਦੇ ਸੰਵਿਧਾਨਕ ਅਧਿਕਾਰ ਵੀ ਖੁੱਸ ਚੁੱਕੇ ਹਨ। ਕਿਰਪਾਨ ਦਾ ਸੰਵਿਧਾਨਕ ਹੱਕ ਇਹਦਾ ਗਿਆ, ਪਰਸਨਲ ਲਾ ਇਹਦਾ ਗਿਆ, ਲੈ ਦੇ ਕੇ ਇਹ ਇੱਕ ਹਿੰਦੂ ਹੀ ਹੈ ਜਿਵੇਂ ਜੈਨੀ ਤੇ ਬੋਧੀ ਹਨ। ਪਰ ਫੇਰ ਵੀ ਹਰੀਸ਼ ਦਾ ਡੈਡੀ ਕਹਿੰਦਾ, ਪੁਰਾਣੇ ਲੋਕ ਹੁਣ ਦੇ ਲੋਕਾਂ ਨਾਲੋਂ ਤਾਂ ਕਾਫੀ ਚੰਗੇ ਸਨ। ਹੁਣ ਤਾਂ ਨਸ਼ੇ ਹੀ ਕਿੰਨੇ ਵੱਧ ਗਏ ਹਨ। ਪਹਿਲੇ ਲੋਕ ਆਪਣੇ ਮਾਤਾ ਪਿਤਾ ਦੇ ਆਗਿਆਕਾਰ ਹੁੰਦੇ ਸਨ। ਹੁਣ ਤੇ ਕੰਮ ਆਖੋ ਤਾਂ ਅੱਗੋਂ ਟਕੇ ਵਰਗਾ ਜਵਾਬ ਦਿੰਦੇ ਹਨ। ਇਸ ਗੱਲ ਤੇ ਗੱਲ ਫਿਰ ਸ਼ੁਰੂ ਹੋ ਜਾਂਦੀ ਤੇ ਮਿੰਨੀ ਕਹਿੰਦੀ, ਪਾਪਾ ਨਸ਼ੇ ਤਾਂ ਸਤਯੁਗ ਵਿੱਚ ਵੀ ਹੁੰਦੇ ਸਨ। ਵੇਦਾਂ ਵਿੱਚ ਬਕਾਇਦਾ ਇਹਨਾਂ ਦਾ ਜ਼ਿਕਰ ਆਉਂਦਾ ਹੈ। ਸੋਮਰਸ ਨਾਂ ਦੇ ਨਸ਼ੇ ਦਾ ਜ਼ਿਕਰ ਬਾਰ-ਬਾਰ ਕਈ ਕਿਤਾਬਾਂ ਵਿੱਚ ਆਇਆ ਹੈ। ਆਰੀਆ ਲੋਕ ਸੋਮਰਸ ਪੀਂਦੇ ਸਨ ਤੇ LSD ਵਰਗਾ ਕੋਈ ਐਸਾ ਪਦਾਰਥ ਸੀ ਜਿਸ ਨੂੰ ਪੀ ਕੇ ਦੇਵਤੇ ਤੇ ਰਿਸ਼ੀ ਮੁਨੀ ਖਰਮਸਤੀਆਂ ਕਰਦੇ ਸਨ। ਯੱਗ ਤੇ ਮਹਾਯੱਗ ਹੁੰਦੇ ਸਨ ਜਿਸ ਵਿੱਚ ਗਊ ਭਗਤ ਗਊ ਤੇ ਘੋੜੇ ਦੀ ਬਲੀ ਦਿੰਦੇ ਸਨ ਤੇ ਮਨੁੱਖਾਂ ਦੀ ਵੀ ਬਲੀ ਦਿੱਤੀ ਜਾਂਦੀ ਸੀ। ਜਿੰਨਾ ਖੂਨ ਕਲਕੱਤੇ ਵਾਲੀ ਕਾਲੀ ਦੇ ਮੰਦਿਰ ਵਿੱਚ ਜਾਨਵਰਾਂ ਤੇ ਬੰਦਿਆਂ ਦਾ ਡੁੱਲਿਆ ਹੈ, ਉਹਦੇ ਨਾਲ ਤਾਂ ਕਈ ਦਰਿਆ ਭਰ ਜਾਂਦੇ। ਜੇ ਉਦੋਂ ਦੇ ਲੋਕ ਇੰਨੇ ਭਲੇ ਮਾਨਸ ਹੁੰਦੇ ਤਾਂ ਮਹਾਵੀਰ ਇਹ ਕਿਉਂ ਕਹਿੰਦੇ ਕਿ ਚੋਰੀ ਨਾ ਕਰੋ। ਮਹਾਵੀਰ ਨੇ ਚੋਰੀ ਨੂੰ 5 ਬੁਰੀਆਂ ਗੱਲਾਂ ਵਿੱਚੋਂ ਇੱਕ ਬੁਰੀ ਗੱਲ ਕਿਹਾ ਹੈ। ਜੇ ਸਾਰੇ ਲੋਕ ਉਦੋਂ ਚੰਗੇ ਹੀ ਸਨ ਤਾਂ ਫੇਰ ਮਹਾਵੀਰ ਇਹਨਾਂ ਬੁਰੀਆਂ ਗੱਲਾਂ ਤੋਂ ਹਟ ਜਾਣ ਲਈ ਕਿਹਨੂੰ ਕਹਿ ਰਹੇ ਸਨ। ਮਹਾਤਮਾ ਬੁੱਧ ਵੀ ਜਿੰਨਾ ਚਿਰ ਜੀਂਦੇ ਰਹੇ ਲੋਕਾਂ ਨੂੰ ਬੁਰੇ ਕੰਮਾਂ ਤੋਂ ਹਟਾਉਂਦੇ ਰਹੇ। ਆਖਰ ਤਾਂ ਲੋਕ ਬੁਰੇ ਕੰਮ ਕਰਦੇ ਹੀ ਹੋਣਗੇ ਜਿਨ੍ਹਾਂ ਤੋਂ ਬੁੱਧ ਉਹਨਾਂ ਨੂੰ ਹਟਾਉਂਦੇ ਸਨ। ਕਮਿਊਨਿਸਟ ਤਾਂ ਦੂਜੇ ਨਸ਼ੇ ਦੀ ਗੱਲ ਹੀ ਨਹੀਂ ਕਰਦੇ। ਉਹ ਤਾਂ ਸਭ ਤੋਂ ਵੱਡਾ ਨਸ਼ਾ ਧਰਮ ਨੂੰ ਹੀ ਮੰਨਦੇ ਹਨ ਤੇ ਕਹਿੰਦੇ ਹਨ ਕਿ ਧਰਮ ਸਮਾਜ ਲਈ ਅਫੀਮ ਦਾ ਕੰਮ ਕਰਦਾ ਹੈ। ਐਲਡੈਕਸ ਹੈਕਸਲੇ, ਜਿਸ ਨੇ ਡੋਰ ਆਫ ਰਿਸੈਪਸ਼ਨ ਦਰਸ਼ਨ ਦੇ ਦਵਾਰ ਨਾਂ ਦੀ ਕਿਤਾਬ ਲਿਖੀ ਹੈ, ਉਸਨੇ ਸਲਾਹ ਦਿੱਤੀ ਹੈ ਕਿ ਭਗਤੀ ਕਰਨ ਦੀ ਲੋੜ ਨਹੀਂ। LSD ਲੈਣ ਨਾਲ ਮਨ ਉਸ ਹਾਲਤ ਵਿੱਚ ਪਹੁੰਚ ਜਾਂਦਾ ਹੈ ਕਿ ਰੱਬ ਦੇ ਦਰਸ਼ਨ ਹੋਣ ਲੱਗਦੇ ਹਨ। ਭਗਤੀ ਕਰਨ ਦੀ ਥਾਂ ਗੋਲੀ ਨਾਲ ਕੰਮ ਚੱਲ ਸਕਦਾ ਹੈ। ਨਸ਼ੇ ਵਿੱਚ ਜੋ ਸੋਚੋਗੇ ਉਹ ਹੀ ਹੁੰਦਾ ਲੱਗੇਗਾ। ਇਸ ਤਰ੍ਹਾਂ ਗੱਲਾਂ ਹੁੰਦੀਆਂ ਤੇ ਹਰੀਸ਼ ਵੀ ਆ ਜਾਂਦਾ ਤੇ ਉਹ ਤਾਂ ਸਿੱਧਾ ਹੀ ਕਹਿ ਦਿੰਦਾ ਕਿ ਰਾਮ ਰਾਜ ਨਾ ਪਹਿਲਾਂ ਸੀ ਤੇ ਨਾ ਅਗਾਂਹ ਹੀ ਆ ਸਕਦਾ ਹੈ। ਉਹਦੇ ਖਿਆਲ ਅਨੁਸਾਰ ਜਾਂ ਤਾਂ ਰਮਾਇਣ ਵਰਗਾ ਕੁਝ ਹੋਇਆ ਹੀ ਨਹੀਂ ਸੀ ਤੇ ਇਹ ਸਭ ਕੁਝ ਕਿਸੇ ਨਾਵਲ ਆਦਿ ਲਿਖਤ ਤੇ ਆਧਾਰਿਤ ਹੈ, ਤੇ ਜੇ ਇਹ ਹੋਇਆ ਹੈ ਤਾਂ ਬੁਰਾ ਹੋਇਆ ਹੈ। ਉਹਦੇ ਖਿਆਲ ਅਨੁਸਾਰ ਇੱਕ ਬਿਰਧ ਰਾਜੇ ਵੱਲੋਂ ਜਵਾਨ ਲੜਕੀ ਕਿ ਕਈ ਨਾਲ ਸ਼ਾਦੀ ਕਰਨ ਕਰਕੇ ਇਹ ਸਾਰਾ ਦੁਖਾਂਤ ਵਾਪਰਿਆ ਤੇ ਸਿਆਪਾ ਪਿਆ।
ਪੁੱਤ ਨੂੰ ਬਨਵਾਸ ਦੇ ਦਿੱਤਾ। ਪੁੱਤ ਵੀ ਐਡਾ ਝੁੱਡੂ ਕਿ ਬੇਇਨਸਾਫੀ ਅੱਗੇ ਝੁਕ ਗਿਆ, ਪਰ ਅੱਗੋਂ ਲੜਨ ਲਈ ਤਿਆਰ ਨਹੀਂ ਹੋਇਆ। ਪੀੜ੍ਹੀ ਦਰ ਪੀੜ੍ਹੀ ਰਾਮ ਦੀ ਕਦਰ ਇਸੇ ਕਰਕੇ ਹੀ ਹੈ ਕਿਉਂਕਿ ਉਸਨੇ ਪਿਤਾ ਦੀ ਗਲਤ ਗੱਲ ਵੀ ਮੰਨ ਲਈ ਤੇ ਅੱਗੋਂ ਵਿਰੋਧ ਨਹੀਂ ਕੀਤਾ। ਹਰ ਬੁੱਢੇ ਨੂੰ ਉਹਦੀ ਇਹ ਹੀ ਗੱਲ ਚੰਗੀ ਲੱਗਦੀ ਤੇ ਰਹਿੰਦੀ ਦੁਨੀਆ ਤੱਕ ਲੱਗੀ ਹੀ ਜਾਣੀ ਹੈ, ਕਿਉਂਕਿ ਹਰ ਬੁੱਢਾ ਇਹ ਹੀ ਚਾਹੁੰਦਾ ਹੈ ਕਿ ਮੇਰਾ ਪੁੱਤ ਮੇਰੀ ਹਰ ਗੱਲ ਮੰਨੀ ਜਾਵੇ, ਭਾਵੇਂ ਮੈਂ ਸਿਆਹੀ ਕਰਾਂ ਜਾਂ ਸਫੇਦੀ ਕਰਾਂ, ਬਸ ਉਹ ਅੱਗੋਂ ਸਤ ਬਚਨ ਜੀ ਹੀ ਆਖੇ। ਹਰੀਸ਼ ਦੇ ਇਹ ਕਹਿਣ ਦੀ ਦੇਰ ਹੀ ਹੁੰਦੀ ਕਿ ਦੋਵੇਂ ਬੁੱਢੇ ਅੱਖਾਂ ਪਾੜ ਕੇ ਹਰੀਸ਼ ਵੱਲ ਵੇਖਣ ਲੱਗ ਪੈਂਦੇ, ਜਿਵੇਂ ਹਰੀਸ਼ ਇਹ ਗੱਲ ਦਸ਼ਰਥ ਦੀ ਨਹੀਂ ਉਹਨਾਂ ਦੀ ਹੀ ਕਰ ਰਿਹਾ ਹੋਵੇ। ਫਿਰ ਇੱਕ ਬੁੱਢਾ ਕਹਿੰਦਾ, ਰਾਮਚੰਦਰ ਜੀ ਨੂੰ ਕੋਈ ਰਾਜ ਕਰਨ ਦੀ ਲਾਲਸਾ ਥੋੜੀ ਸੀ, ਉਹ ਤਾਂ ਆਪਣੇ ਪਿਤਾ ਦੇ ਕਹੇ ਹੋਏ ਬਚਨਾਂ ਤੇ ਫੁੱਲ ਚੜਾਉਣਾ ਚਾਹੁੰਦੇ ਸਨ। ਜੇ ਰਾਜ ਦੀ ਲਾਲਸਾ ਨਹੀਂ ਸੀ ਤਾਂ ਫਿਰ ਧੋਬੀ ਦੇ ਆਖੇ ਗਰਭਵਤੀ ਸੀਤਾ ਨੂੰ ਘਰੋਂ ਕਿਉਂ ਕੱਢਿਆ? ਮਿੰਨੀ ਸਹਿਜ ਸੁਭਾਅ ਹੀ ਪੁੱਛ ਲੈਂਦੀ। ਹਰੀਸ਼ ਕਹਿੰਦਾ, ਇਸੇ ਕਰਕੇ ਹੀ ਕਿ ਜਨਤਾ ਵਿੱਚ ਰਾਮ ਦੀ ਵਡਿਆਈ ਬਣੀ ਰਹੇ। ਜਿਸ ਤਰ੍ਹਾਂ ਰਾਜ ਕਰਨ ਲਈ ਹਰ ਰਾਜਾ ਕਿਸੇ ਨੂੰ ਵੀ ਦਾਅ ਤੇ ਲਾ ਦਿੰਦਾ ਹੈ, ਇਸੇ ਰਾਮ ਨੇ ਆਪਣੀ ਪਤਨੀ ਨੂੰ ਦਾਅ ਤੇ ਲਾ ਕੇ ਆਪਣੀ ਸਾਖ ਖਰਾਬ ਹੋਣ ਤੋਂ ਬਚਾ ਲਈ। ਨਹੀਂ ਤਾਂ ਗਰਭਵਤੀ ਪਤਨੀ, ਜਿਸ ਦੀ ਇੱਕ ਵਾਰ ਅਗਨੀ ਪ੍ਰੀਖਿਆ ਹੋ ਚੁੱਕੀ ਸੀ, ਨੂੰ ਘਰੋਂ ਕੱਢਣਾ ਕਿੱਥੋਂ ਦਾ ਇਨਸਾਫ ਸੀ? ਅਗਨੀ ਪ੍ਰੀਖਿਆ ਲੈ ਕੇ ਵੀ ਸੀਤਾ ਸ਼ੱਕੀ ਹੀ ਰਹੀ। ਇਹ ਵੀ ਤਾਂ ਰਾਜਨੀਤੀ ਹੀ ਸੀ, ਜਿਹੜਾ ਭਰਤ ਨੂੰ 14 ਸਾਲ ਖੜਾਵਾਂ ਤੇ ਬਿਠਾਈ ਛੱਡਿਆ। ਰਾਮ ਨੇ ਲਛਮਣ ਨੂੰ ਸਰੂਪਨਖਾ ਦਾ ਨੱਕ ਵੱਢਣ ਦੀ ਇਜਾਜ਼ਤ ਦੇ ਦਿੱਤੀ। ਸਗੋਂ ਰਾਵਣ ਚੰਗਾ ਰਿਹਾ ਜਿਹਨੇ ਬਦਲਾ ਨਹੀਂ ਲਿਆ, ਨਹੀਂ ਤਾਂ ਸੀਤਾ ਦਾ ਨੱਕ ਤਾਂ ਕੱਟ ਹੀ ਸਕਦਾ ਸੀ ਤੇ ਇਸ ਲਈ ਉਹ ਹੱਕ ਬਜਾਨਬ ਵੀ ਸੀ। ਜੇ ਰਾਮ ਜੀ ਦੀ ਨਜ਼ਰ ਵਿੱਚ ਉਹ ਸ਼ੱਕੀ ਹੀ ਸੀ ਤਾਂ ਫੇਰ ਉਸ ਭਗਵਾਨ ਰੂਪੀ ਰਾਮ ਵਿੱਚ ਤੇ ਆਮ ਪਤੀ ਵਿੱਚ ਕੀ ਫਰਕ ਹੋਇਆ? ਅਸਲ ਵਿੱਚ ਰਾਮ ਦੀ ਜੇ ਕੋਈ ਕਦਰ ਅੱਜ ਹਿੰਦੂ ਸਮਾਜ ਵਿੱਚ ਹੈ ਤਾਂ ਉਹ ਸਿਰਫ ਇਸ ਕਰਕੇ ਹੈ ਕਿ ਉਸਨੇ ਮਨੂ ਸਿਮਰਤੀ ਦਾ ਪਾਲਣ ਕੀਤਾ, ਜੋ ਹਿੰਦੂਆਂ ਨੂੰ ਬਹੁਤ ਹੀ ਚੰਗਾ ਲੱਗਦਾ ਹੈ। ਨਹੀਂ ਤਾਂ ਰਾਮ ਦੀ ਸਾਰੀ ਕਹਾਣੀ ਇੱਕ ਨਿੱਜੀ ਜਿਹੀ ਹੈ ਤੇ ਨਿੱਜੀ ਕਹਾਣੀਆਂ ਵਿੱਚ ਕੋਈ ਦਿਲਚਸਪੀ ਨਹੀਂ ਲੈਂਦਾ। ਨਾਲੇ ਜਦੋਂ ਸੀਤਾ ਜੀ ਨੂੰ ਰਾਵਣ ਕੋਲੋਂ ਛੁਡਾ ਲਿਆਇਆ ਸੀ ਤਾਂ ਰਾਮ ਜੀ ਨੇ ਤਾਂ ਉਦੋਂ ਹੀ ਮੂੰਹ ਪਾੜ ਕੇ ਆਖ ਦਿੱਤਾ ਸੀ ਕਿ ਐ ਔਰਤ, ਤੂੰ ਇਹ ਨਾ ਸਮਝੀ ਕਿ ਮੈਂ ਤੇਰੇ ਕਰਕੇ ਲੰਕਾ ਨਾਲ ਯੁੱਧ ਛੇੜਿਆ ਸੀ, ਮੈਂ ਤਾਂ ਮਰਿਆਦਾ ਦਾ ਪਾਲਣ ਕੀਤਾ ਹੈ। ਅਜੇ ਵੀ ਕੋਈ ਸ਼ੱਕ ਦੀ ਗੁੰਜਾਇਸ਼ ਬਾਕੀ ਬਚਦੀ ਹੈ। ਮਿੰਨੀ ਇਹ ਕਹਿ ਕੇ ਇੱਕ ਤਰ੍ਹਾਂ ਨਾਲ ਹਰੀਸ਼ ਦੀ ਮਦਦ ਕਰ ਦਿੰਦੀ ਤੇ ਇਸ ਤਰ੍ਹਾਂ ਗੱਲ ਅੱਗੇ ਤੁਰ ਪੈਂਦੀ। ਹਰੀਸ਼ ਕਹਿੰਦਾ, ਹਿੰਦੂ ਧਰਮ ਵਿੱਚ ਸ਼ਕਤੀਸ਼ਾਲੀ ਰਾਜਾ ਪਾਪ ਤੇ ਪੁੰਨ ਤੋਂ ਪਰੇ ਜੋ ਮੰਨਿਆ ਗਿਆ ਹੈ, ਇਸ ਸਿਧਾਂਤ ਅਨੁਸਾਰ ਹੀ ਕਿ ਕਈ ਦੀ ਗੱਲ ਨਾ ਮਨਜ਼ੂਰ ਵੀ ਕੀਤੀ ਜਾ ਸਕਦੀ ਸੀ। ਉਸ ਦਾ ਪੁੱਤਰ ਭਰਤ ਤਾਂ ਅੱਗੇ ਹੀ ਰਾਮਚੰਦਰ ਜੀ ਦੇ ਨਾਲ ਹੀ ਸੀ। ਫੇਰ ਉਹ ਮੇਰੇ ਵੱਲ ਸਿੱਧਾ ਹੋ ਪੈਂਦਾ, ਕੁਲਬੀਰ, ਤੁਸੀਂ ਵੀ ਰਾਮ ਨੂੰ ਮੰਨਦੇ ਹੋ? ਮੈਂ ਕਹਿੰਦਾ, ਨਹੀਂ, ਅਸੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਦੇ ਹਾਂ, ਹੋਰ ਕਿਸੇ ਨੂੰ ਨਹੀਂ। ਪਰ ਵਿੱਚੋਂ ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੈਂ ਝੂਠ ਬੋਲ ਰਿਹਾ ਹੋਵਾਂ, ਕਿਉਂਕਿ ਦੀਵਾਲੀ ਤੋਂ ਪਹਿਲਾਂ ਹੀ ਕਈ ਦਿਨ ਸਾਡੇ ਘਰ ਪਿੰਨੀਆਂ ਤੇ ਪੇਠੇ ਵਰਗੀਆਂ ਸਿਆਲੂ ਮਠਿਆਈਆਂ ਬਣਦੀਆਂ ਸਨ ਤੇ ਮੇਰਾ ਸਾਰਾ ਪਰਿਵਾਰ ਬੜੇ ਉਤਸ਼ਾਹ ਨਾਲ ਦੀਵਾਲੀ ਵਾਲੇ ਦਿਨ ਨੱਠ ਕੇ ਦੀਵੇ ਤੇ ਮੋਮਬੱਤੀ ਜਗਾਉਂਦਾ ਸੀ। ਮੇਰੀ ਮਾਤਾ ਤਾਂ ਆਪਣੇ ਡੰਗਰਾਂ ਵਾਲੀ ਰੂੜੀ ਤੇ ਵੀ ਦੀਵਾ ਜਗਾ ਆਉਂਦੀ ਸੀ ਤੇ ਕਹਿੰਦੀ ਸੀ ਕਿ ਅੱਜ ਦੇ ਦਿਨ ਰੂੜੀ ਤੇ ਦੀਵਾ ਜਗਾਈਏ ਤਾਂ ਮਾਲ ਡੰਗਰ ਤੰਦਰੁਸਤ ਰਹਿੰਦਾ ਹੈ। ਫਿਰ ਹਰੀਸ਼ ਮੈਨੂੰ ਅਗਲਾ ਸਵਾਲ ਕਰ ਦਿੰਦਾ, ਜੇ ਮੰਨਦੇ ਨਹੀਂ ਤਾਂ ਫਿਰ ਦੁਸਹਿਰਾ ਦੀਵਾਲੀ ਕਿਉਂ ਮਨਾਉਂਦੇ ਹੋ? ਮੈਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੇਰੀ ਚੋਰੀ ਫੜੀ ਗਈ ਹੋਵੇ ਤੇ ਮੈਂ ਫੱਟ ਕਹਿੰਦਾ, ਅਸੀਂ ਰਾਮਚੰਦਰ ਕਰਕੇ ਥੋੜਾ ਮਨਾਉਂਦੇ ਹਾਂ। ਉਸ ਦਿਨ ਤਾਂ ਸਾਡੇ 6ਵੇਂ ਗੁਰੂ ਜੀ ਨੂੰ ਜਹਾਂਗੀਰ ਦੀ ਕੈਦ ਅਤੇ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾਈ ਮਿਲੀ ਸੀ। ਇਹ ਗੱਲ ਮੈਂ ਕੁਝ ਮਹੀਨੇ ਪਹਿਲਾਂ ਹੀ ਕਿਸੇ ਕਿਤਾਬ ਵਿੱਚ ਪੜ੍ਹੀ ਸੀ, ਜਿਸ ਨੂੰ ਇੱਥੇ ਵਰਤ ਕੇ ਮੈਂ ਸ਼ਰਮਿੰਦਾ ਹੋਣੋਂ ਬਚਿਆ ਸਾਂ। ਪਰ ਮੈਂ ਅੱਜ ਵੀ ਦਾਅਵੇ ਨਾਲ ਕਹਿ ਸਕਦਾ ਹਾਂ ਕਿ 90% ਸਿੱਖਾਂ ਨੂੰ ਅਜੇ ਵੀ ਇਸ ਗੱਲ ਦਾ ਪਤਾ ਨਹੀਂ। ਜੇ ਦੀਵਾਲੀ ਵਾਲੇ ਦਿਨ ਹੀ ਤੁਹਾਡਾ ਗੁਰੂ ਜੇਲ੍ਹ ਵਿੱਚੋਂ ਛੁੱਟਿਆ ਸੀ ਤਾਂ ਤੁਸੀਂ ਇਹਨੂੰ ਜ਼ਰੂਰ ਦੀਵਾਲੀ ਵਾਲੇ ਦਿਨ ਹੀ ਮਨਾਉਣਾ ਹੈ, ਇੱਕ ਅੱਧਾ ਦਿਨ ਅੱਗੇ ਪਿੱਛੇ ਨਹੀਂ ਸੀ ਕਰ ਸਕਦੇ। ਮੈਂ ਝੱਟ ਕਹਿੰਦਾ, ਲੈ ਏਦਾਂ ਕੋਈ ਦਿਨ ਤਿਉਹਾਰ ਅੱਗੇ ਪਿੱਛੇ ਕਿਵੇਂ ਹੋ ਸਕਦਾ ਹੈ? ਤੇ ਫੇਰ
मदद वास्ते मिन्नी वल वेखदा, पर वो चुप रहिंदी। पर तुहाडी एक लड़ाई शायद फिरोजपुर दी, की पता नहीं मुक्तसर दी गर्मियां विच होई सी, पर तुसी उहनूं हर साल सियाल दे सब तो ठंडे महीने माघ विच मनाउंदे हो। जे तुसी किसी त्योहार नूं 6 महीने अगांह पिछां कर सकदे हो तां गुरु जी दी रिहाई दी खुशी मनाउण वाला दिन दिवाली तो एक दिन अगे जां 5 दिन पिछे नहीं सी कर सकदे। मैं निर उत्तर हो जांदा ते सोचण लग पैंदा कि इहनूं मुक्तसर दी माघी दा किवें पता है। फिर मैनूं याद आउंदा, ओहो मैं ही तां इहनूं इह सारी गल दसी सी जदों इह रोह दी खीर बनाउण लई मेरे फार्म विच गन्निਆਂ दी रोह लैण आया सी। इस तरह मैं शर्मिंदा जिहा हो के चुप कर जांदा ते हरीश मिन्नी नूं कहिंदा, मिन्नी तू वेख लई, इन्हां सिखां ने भी अपने जैनियां वांग हिंदू रूपी अजगर दे मूँह विच चले जाना है ते जिद्दां आपां नूं पता नहीं ना लगा, इन्हां सिखां नूं भी नहीं लगना। यह सख्त टिप्पणी सुन के भी मेरी विरोधता वास्ते जुबान ना खुलदी। पता नहीं गल सच्ची सी जां मेरा ज्ञान ही घट सी। मेरी जीभ नूं ताला लग जांदा ते मैं कुछ ना बोल सकदा। मिन्नी सिर्फ इन्ना ही कहिंदी, हाँ यह ते है। बाकी सारे बुढ़े जैनी डिगर डिगर वेखी जांदे, बल्कि असी सारे ही एक दूजे वल वेखी जांदे ते बोलदे कुछ ना। पर मेरे अंदर एक युद्ध जिहा चलन लग पैंदा ते मेरा दिल ये कदे ना मंनदा कि सिख भी कदे निगले जा सकते हैं। साडियां कुर्बानियां बहुत हैं, असी जैनियां वांग नहीं निगले जा सकते। जैनियां ने मनुखता लई किता ही की है। पता नहीं मेरे मूहों किवें यह लफज उच्ची सारी निकल जांदे, पर हरीश कहिंदा, कुर्बानी तां बकरियां दी भी बहुत हुंदी है, पर अज तक कदे किसे बकरे दी कबर बनी वेखी है जिस ते दीवे जगदे होण। तुसी तां भारत दे बकरे हो, की तुहाडी सिखां दी कुर्बानी ते बकरियां दी कुर्बानी विच कोई फर्क है? बकरियां नूं छोले चारे मोटे कीते ते वढ लिया, तुहानू फौज विच भर्ती कीता, बकरियां वांग ही तुहाडी परवरिश कीती ते जंग विच झोक दिता। ना अज तक कदे बकरियां ने वड्ढण वेले इतराज कीता है ते ना तुसी ही करदे हो। बकरियां नूं भी कुर्बानी दा फखर है, तुहानू भी है। अंग्रेजां ने तुहानू फौज विच भर्ती करके तुहाडे नाल दूजी संसार जंग लड़ी, पर अखीर तुहानू बकरे समझ के भारत सरकार नूं सौंप के चले गए। हुण तुसी भारत सरकार दे बकरे हो। वाही ते फाही तो बिना होर तुहानू आउंदा ही की है। लाल बहादुर शास्त्री ने जय जवान जय किसान कहा, तुसां अपनियां ट्रालियां ते लिखवा लिया। उन्हें इक्को ही नारा ला के दोवें ही बकरे खुश कर लए, वाही वाले भी ते फाही वाले भी। तुहाडा एक तबका ड्राइवरां ते ट्रांसपोर्टरां दा है जो हर वेले रिपेयर ते स्पेयर पार्ट्स दे चक्करां विच ही पिया रहिंदा है। कदे टायर है नहीं, कदे इंजन बह गया, कोई होर काम भी है सिखां दे हत्थ विच। मैं कहिंदा, है क्यों नहीं, शहरां विच साडीआं दुकानां हन, एजेंसियां हन। ओह कहिंदा, ओह तां पापियां दियां हन, पापे तां धंधे दे सिख हन। फिर उसने एक चुटकला सुनाया। आखे एक पापे नूं अदालत विच जज ने पुछया, जदों तूं दूसरे बंदे ते पिस्तौल ताण ही लिया सी तां फिर गोली क्यों ना चलाई? उन्हें कहा, हजूर चलाउण ही लगा सा। इसने अगों पुछ लिया, पिस्तौल वेचणी हो किन्ने दी? जी जदों बिजनस डील होण लग पवे फिर दुश्मनी कादी ते मैं गोली किवें चलाउंदा? फिर तुहाडा की ख्याल है कि तुहाडियां पुराने जमाने विच होईयां मुगलां नाल लड़ाइयां ते हुण आज़ाद भारत दियां एजीटेशनां शहरी दुकानदार सिखां ने लड़ियां हन? ना तां नौकरी पेशा लोग सरकार नाल पंगा लै सकदे हन ते ना दुकानदारी वाले लोग, भावें ओह जैनी होण, हिंदू होण, मुसलमान होण जां सिख होण। क्योंकि जे 10 दिन भी दुकान बंद रह गई तां सारे गाहक टुट जांदे हन। जिस कोलों लैना होवे ओह देंदा नहीं, जिन्हों देना होवे ओह साह नहीं लैण दिंदा। फिर ओह अपने ताए नूं पुछदा, वड्डे पापा तुहाडा ओह जिहड़ा सिख यार हुंदा सी जिहदे नाल बैठ के तुसीं मुल्तानी हलवाई कोलों पतीसा
ਤੇ ਗਰਮ-ਗਰਮ ਗੁਲਾਬ ਜਾਮਣ ਮੰਗਵਾ ਕੇ ਖਾਂਦੇ ਹੁੰਦੇ ਸੋ। ਉਹ ਜਿਹੜਾ ਐਤਵਾਰ ਵਾਲੇ ਦਿਨ ਵੀ 3-4 ਵਾਰ ਆਪਣੀ ਬੰਦ ਦੁਕਾਨ ਤੇ ਆ ਕੇ ਬੈਠਾ ਰਹਿੰਦਾ ਹੁੰਦਾ ਸੀ, ਜਿਹਨੂੰ ਤੁਸੀਂ ਆਉਂਦੇ ਹੁੰਦੇ ਸੋ। ਐਤਵਾਰ ਤੇ ਘਰ ਟਿਕ ਜਾਇਆ ਕਰ, 7ਵੇਂ ਦਿਨ ਤੇ ਇੱਕ ਛੁੱਟੀ ਕਰ ਲਿਆ ਕਰ। ਤੇ ਉਹ ਆਂਦਾ ਹੁੰਦਾ ਸੀ, ਜੇ ਅੱਜ ਵੀ ਦੁਕਾਨ ਖੁੱਲੀ ਹੁੰਦੀ ਤੇ 4 ਪੈਸੇ ਆਉਂਦੇ ਹੀ ਨਾ, ਘਰ ਬਹਿ ਕੇ ਮੈਂ ਕੀ ਕਰਨਾ ਸੀ। ਤੇ ਫਿਰ ਉਹ ਸਰਕਾਰ ਨੂੰ ਬੁਰਾ ਭਲਾ ਕਹਿਣ ਲੱਗ ਪੈਂਦਾ ਸੀ, ਜਿਸ ਨੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦਾ ਕਾਨੂੰਨ ਬਣਾਇਆ ਹੈ। ਕੀ ਨਾਂ ਸੀ ਭਲਾ ਉਹਦਾ? ਤਾਇਆ ਕਹਿੰਦਾ ਅਵਤਾਰ ਸਿੰਘ ਸੀ ਕਿ ਮਰ ਗਿਆ ਪਿਛਲੇ ਸਾਲ। ਵਿਚਾਰਾ ਚੰਗਾ ਹੁੰਦਾ ਸੀ, ਵੇਖ ਲੈ ਦੁਕਾਨ ਤੇ ਹੀ ਮਰਿਆ ਸੀ ਵਿਚਾਰਾ। ਡਾਕਟਰ ਨੇ ਆਖਿਆ ਵੀ ਭਈ ਮੰਜੇ ਤੋਂ ਪੈਰ ਥੱਲੇ ਨਹੀਂ ਲਾਉਣਾ, ਪਰ ਉਹ ਜਿੱਦ ਕਰਕੇ ਦੁਕਾਨ ਤੇ ਆਇਆ ਤੇ ਗੱਦੀ ਤੇ ਬੈਠਾ ਹੀ ਮਰ ਗਿਆ। ਫਿਰ ਤੁਸੀਂ ਹੀ ਦੱਸੋ, ਇਹੋ ਜਿਹੇ ਲੋਕ ਜੇਲ੍ਹ ਕੱਟ ਸਕਦੇ ਹਨ? ਦੂਜੇ ਪਾਸੇ ਪੇਂਡੂ ਸਿੱਖ ਹਨ, ਉਹਨਾਂ ਦੀ ਤਾਂ ਉਹ ਗੱਲ ਹੈ ਜਿਵੇਂ ਕਿਸੇ ਨੇ ਪੁੱਛਿਆ, ਲੰਡਿਆ ਤੈਨੂੰ ਚੋਰ ਲੈ ਜਾਣ, ਉਹਨੇ ਕਿਹਾ ਯਾਰਾਂ ਨੇ ਤੇ ਪੱਠੇ ਹੀ ਖਾਣੇ ਆ, ਜਿਹੜਾ ਮਰਜ਼ੀ ਲੈ ਜਾਵੇ। ਪੇਂਡੂ ਤਾਂ ਵਾਂਢੇ ਗਏ ਹੋਏ ਵੀ 10-10 ਦਿਨ ਘਰ ਨਹੀਂ ਮੁੜਦੇ। ਜੇਲ੍ਹ ਉਹਨਾਂ ਦਾ ਕੀ ਵਿਗਾੜ ਸਕਦੀ ਹੈ? ਹਾੜੀ ਬੀਜ ਜਾਂਦੇ ਹਨ, ਸੌਣੀ ਜੇਲੋਂ ਆ ਕੇ ਬੀਜ ਲੈਂਦੇ ਹਨ। ਕਿਸੇ ਸਿੱਖ ਨੂੰ ਤਾਂ ਜੇਲ੍ਹ ਇੰਨੀ ਪਸੰਦ ਆਈ ਕਿ ਉਹਨੇ ਗਾਣਾ ਹੀ ਬਣਾ ਲਿਆ, ਵੇਖੀ ਘਰ ਨਾਲੋਂ ਚੰਗੀ ਜੇਲ੍ਹ, ਜਿੱਥੇ ਪੈਣ ਸੌਣ ਨੂੰ ਵੇਲ, ਡਾਢਾ ਸਵਾਦ ਆਉਂਦਾ ਹੈ, ਆਓ ਭਾਊ ਮੇਰਿਓ ਓਏ, ਤੁਹਾਨੂੰ ਪੰਥ ਬੁਲਾਉਂਦਾ ਏ। ਆਪਣੇ ਭਰਾ ਵਾਂਗ ਮਿੰਨੀ ਵੀ ਬੜੀ ਮੂੰਹ ਫੱਟ ਤੇ ਹਰ ਗੱਲ ਨੂੰ ਅਗਲੇ ਦੇ ਮੂੰਹ ਤੇ ਹੀ ਕਹਿ ਦੇਣ ਵਾਲੀ ਕੁੜੀ ਸੀ। ਕਿਸੇ ਜਾਇਜ਼ ਗੱਲ ਤੇ ਉਹਨੂੰ ਇਸ ਗੱਲ ਦਾ ਫਿਕਰ ਨਹੀਂ ਸੀ ਹੁੰਦਾ ਕਿ ਉਹਦੀ ਗੱਲ ਦਾ ਕੋਈ ਬੁਰਾ ਮੰਨ ਜਾਏਗਾ। ਜਦੋਂ ਕੋਈ ਪੰਜਾਬੀ ਉਸ ਸਾਹਮਣੇ ਹਿੰਦੀ ਬੋਲਦਾ ਤਾਂ ਉਹ ਉਹਦਾ ਬਹੁਤ ਮਜ਼ਾਕ ਉਡਾਉਂਦੀ। ਇੱਕ ਵਾਰ ਜਲੰਧਰ ਵਿੱਚ ਪੰਜਾਬੀ ਸੂਬਾ ਲੈਣ ਦੇ ਹੱਕ ਵਿੱਚ ਅਕਾਲੀਆਂ ਵੱਲੋਂ ਜਲੂਸ ਕੱਢਿਆ ਗਿਆ। ਸਾਰੀਆਂ ਸੜਕਾਂ ਬੰਦ ਹੋਣ ਕਰਕੇ ਮਿੰਨੀ ਦੀ ਇੱਕ ਸਕੂਲੀ ਸਹੇਲੀ ਨੂੰ ਮਜਬੂਰਨ ਮਿੰਨੀ ਦੇ ਘਰ ਰੁਕਣਾ ਪਿਆ। ਉਹ ਕੁੜੀ ਮਿੰਨੀ ਅਤੇ ਉਹਦੇ ਪਰਿਵਾਰ ਨਾਲ ਹਿੰਦੀ ਵਿੱਚ ਗੱਲਾਂ ਕਰਦੀ ਸੀ, ਪਰ ਪੂਰੀ ਤਰ੍ਹਾਂ ਹਿੰਦੀ ਨਾ ਆਉਣ ਕਰਕੇ ਤੇ ਗੱਲਬਾਤ ਦਾ ਲਹਿਜਾ ਪੰਜਾਬੀ ਹੋਣ ਕਰਕੇ ਉਹਦੇ ਮੂੰਹੋਂ ਹਿੰਦੀ ਬੜੀ ਓਪਰੀ ਜਿਹੀ ਲੱਗਦੀ ਸੀ। ਸਹਿਜ ਸੁਭਾਅ ਹੀ ਮਿੰਨੀ ਨੇ ਪੁੱਛਿਆ, ਸੁਮਨ, ਪਾਕਿਸਤਾਨ ਵਿੱਚੋਂ ਤੁਸੀਂ ਕਿਹੜੇ ਸ਼ਹਿਰੋਂ ਆਏ ਸੀ? ਉਸਨੇ ਕਿਹਾ, ਲਾਹੌਰ, ਪਰ ਮੇਰੇ 2 ਚਾਚੇ ਤਾਂ ਜਲੰਧਰ ਹੀ ਰਹਿੰਦੇ ਸਨ। ਕਿਉਂ, ਕੀ ਗੱਲ? ਮਿੰਨੀ ਨੇ ਹੱਸ ਕੇ ਕਿਹਾ, ਹਿੰਦੀ ਤਾਂ ਵਧੀਆ ਬੋਲ ਲੈਂਦੀ ਹੈ, ਕਦੋਂ ਸਿੱਖੀ ਹੈ? ਲੈ, ਸਾਡੇ ਦੇਸ਼ ਦੀ ਬੋਲੀ ਹੈ, ਅਸੀਂ ਭਾਰਤੀ ਹਿੰਦੀ ਨਹੀਂ ਬੋਲਾਂਗੇ ਤਾਂ ਹੋਰ ਕੌਣ ਬੋਲੇਗਾ? ਅੱਜ ਸਾਨੂੰ ਸਭ ਕਾਸੇ ਤੋਂ ਉੱਚਾ ਉੱਠ ਕੇ ਭਾਰਤੀ ਬਣਨ ਦੀ ਲੋੜ ਹੈ। ਮਿੰਨੀ ਨੇ ਹੌਂਕਾ ਲੈ ਕੇ ਕਿਹਾ, ਜੋ ਪੰਜਾਬੀ ਹਿੰਦੂ ਹੋਇਆ ਪੰਜਾਬੀ ਨਹੀਂ ਬਣ ਸਕਿਆ, ਉਹਨੇ ਭਾਰਤੀ ਸਵਾਹ ਬਣਨਾ ਹੈ। ਫਿਰ ਉਹਨੂੰ ਮਿੰਨੀ ਨੇ ਇੱਕ ਜਰਮਨ ਮੁੰਡੇ ਦੀ ਗੱਲ ਸੁਣਾਈ ਜੋ ਕਮਾਈ ਕਰਨ ਲਈ ਵਿਦੇਸ਼ ਚਲਾ ਗਿਆ ਸੀ। ਉਸ ਮੁੰਡੇ ਦੀ ਬੁੱਢੀ ਮਾਂ ਨੂੰ ਕਈ ਸਾਲਾਂ ਬਾਅਦ ਇੱਕ ਉਸੇ ਹੀ ਦੇਸ਼ ਵਿੱਚ ਰਹਿੰਦੇ ਬੰਦੇ ਨੇ ਆ ਕੇ ਦੱਸਿਆ ਕਿ ਤੇਰਾ ਪੁੱਤ ਰਾਜੀ ਖੁਸ਼ੀ ਹੈ, ਪਰ ਹੁਣ ਉਹਨੂੰ ਜਰਮਨ ਭਾਸ਼ਾ ਭੁੱਲ ਗਿਆ ਹੈ ਤੇ ਉਹ ਹੁਣ ਉਸੇ ਦੇਸ਼ ਦੀ ਭਾਸ਼ਾ ਵਿੱਚ ਹੀ ਗੱਲ ਕਰਦਾ ਹੈ ਜਿੱਥੇ ਉਹ ਰਹਿੰਦਾ ਹੈ। ਇਹ ਗੱਲ ਸੁਣ ਕੇ ਉਹਦੀ ਮਾਂ ਨੇ ਵੈਣ ਪਾਉਣੇ ਸ਼ੁਰੂ ਕਰ ਦਿੱਤੇ ਤੇ ਕਹਿਣ ਲੱਗ ਪਈ, ਲੋਕੋ, ਮੇਰਾ ਪੁੱਤ ਮਰ ਗਿਆ ਹੈ। ਉਹ ਬੰਦਾ ਆਖੇ, ਨਹੀਂ ਮਾਤਾ, ਮਰਿਆ ਨਹੀਂ, ਜਿਉਂਦਾ ਜਾਗਦਾ ਹੈ। ਪਰ ਉਹਦੀ ਬੁੱਢੀ ਮਾਂ ਆਖੇ, ਜਿਹੜਾ ਆਪਣੀ ਮਾਤ ਭਾਸ਼ਾ ਭੁੱਲ ਗਿਆ, ਉਹ ਜਿਉਂਦਾ ਕਿੱਥੋਂ ਹੈ? ਇਹ ਗੱਲਾਂ ਕਰਦਿਆਂ ਹੀ ਲਾਗੇ ਵਾਲੀ ਸੜਕ ਤੋਂ ਜਲੂਸ ਲੰਘਿਆ ਤਾਂ ਨਾਰਿਆਂ ਦੀ ਕੰਨ ਪਾੜਵੀ ਆਵਾਜ਼ ਆਉਣ ਲੱਗ ਪਈ। ਸੁਮਨ ਨੇ ਬਹੁਤ ਗੁੱਸੇ ਨਾਲ ਕਿਹਾ, ਇਹ ਸਿੱਖ ਔਤਰੇ ਵੀ ਕੋਈ ਨਾ ਕੋਈ ਰਫੜ ਪਾਈ ਹੀ ਰੱਖਦੇ ਹਨ। ਹੁਣ ਵੱਖਰਾ ਪੰਜਾਬੀ ਸੂਬਾ ਮੰਗਣ ਲੱਗ ਪਏ ਹਨ। ਇਹ ਨਾ ਹੁੰਦੇ ਤਾਂ ਦੁਨੀਆ ਚੈਨ ਨਾਲ ਵਸਦੀ। ਜੇ ਇਹ ਨਾ ਹੁੰਦੇ ਤਾਂ ਤੇਰਾ ਨਾਂ ਹੁਸਨ ਬਾਨੋ ਹੋਣਾ ਸੀ ਤੇ ਮੇਰਾ ਨਾਂ ਜ਼ੁਬੈਦਾ। ਕਿਉਂ, ਏਦਾਂ ਕਿਉਂ ਹੁੰਦਾ? ਸੋਹਣੀ ਹੋਣ ਕਰਕੇ ਮੁਸਲਮਾਨਾਂ ਨੇ ਤੇਰਾ ਨਾਂ ਹੁਸਨ ਬਾਨੋ ਰੱਖਣਾ ਸੀ ਤੇ ਮੂਰਖ ਜਿਹੀ ਹੋਣ ਕਰਕੇ ਮੇਰਾ ਨਾਂ ਜ਼ੁਬੈਦਾ। ਇਸ ਧਰਤੀ ਤੇ ਸਾਰੇ ਮੁਸਲਮਾਨ ਹੋਣੇ ਸਨ ਤੇ ਹਿੰਦੂਆਂ ਦਾ ਕਿਤੇ ਨਾਂ ਨਿਸ਼ਾਨ ਨਹੀਂ ਸੀ ਹੋਣਾ। ਆਪਣੇ ਆਪ ਨੂੰ ਮੁਰਖ ਕਹਿ ਕੇ ਉਸਨੇ ਸਹੇਲੀ ਨੂੰ ਨਾਰਾਜ਼ ਵੀ ਨਾ ਹੋਣ ਦਿੱਤਾ ਤੇ ਗੱਲ ਵੀ ਕਹਿ ਦਿੱਤੀ। ਹਰੀਸ਼ ਦੇ ਪਿਤਾ ਤੇ ਤਾਏ ਦੇ ਖਿਆਲ ਅਨੁਸਾਰ ਪੁਰਾਣੇ ਗ੍ਰੰਥਾਂ ਵਿੱਚ ਲਿਖਿਆ ਹੋਇਆ ਕਦੀ ਵੀ ਗਲਤ ਨਹੀਂ ਹੋ ਸਕਦਾ, ਕਿਉਂਕਿ ਉਹ ਮਹਾਂਪੁਰਖਾਂ ਜੋ
ਰੱਬ ਨੂੰ ਪਹੁੰਚੇ ਹੋਏ ਹੁੰਦੇ ਹਨ, ਦੁਆਰਾ ਲਿਖਿਆ ਜਾਂ ਲਿਖਵਾਇਆ ਗਿਆ ਹੁੰਦਾ ਹੈ। ਪਰ ਨਵੀਂ ਪੀੜ੍ਹੀ ਦਾ ਉਹਨਾਂ ਦਾ ਪੁੱਤ ਤੇ ਧੀ ਮਸਾਲਾ ਦੇ ਦੇ ਕੇ ਇਸ ਗੱਲ ਦੇ ਬਖੀਏ ਉਧੇੜ ਦਿੰਦੇ ਸਨ ਤੇ ਉਹਨਾਂ ਵਿਚਾਰਿਆਂ ਨੂੰ ਬੋਲਣ ਜੋਗੇ ਨਹੀਂ ਸਨ ਛੱਡਦੇ। ਹਰੀਸ਼ ਕਹਿੰਦਾ, ਪਾਪਾ ਗਲਤ ਕਿਉਂ ਨਹੀਂ ਹੋ ਸਕਦਾ? ਅੱਜ ਤੋਂ 300 ਸਾਲ ਪਹਿਲਾਂ ਸਾਰੀ ਦੁਨੀਆ ਇਹ ਮੰਨਦੀ ਸੀ ਕਿ ਧਰਤੀ ਚਪਟੀ ਹੈ। ਇਹ ਗੱਲ ਉਹ ਬੜੇ ਦਾਅਵੇ ਨਾਲ ਕਹਿੰਦੇ ਸਨ ਕਿਉਂਕਿ ਇਹ ਗੱਲ ਬਾਈਬਲ ਵਿੱਚ ਲਿਖੀ ਹੋਈ ਹੈ। ਇਸ ਲਈ ਝੂਠੀ ਹੋਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਵਿਚਾਰੇ 80 ਸਾਲ ਦੇ ਬੁੱਢੇ ਗੈਲੀਲੀਓ ਨੂੰ ਫਾਂਸੀ ਦੇ ਦਿੱਤੀ ਗਈ। ਅਖੇ ਤੂੰ ਬਾਈਬਲ ਤੋਂ ਜ਼ਿਆਦਾ ਸਿਆਣਾ ਹੈ। ਜਦੋਂ ਉਹਨੂੰ ਗ੍ਰਿਫਤਾਰ ਕਰਕੇ ਉਸ ਤੇ ਮੁਕੱਦਮਾ ਚਲਾਇਆ ਗਿਆ ਤਾਂ ਜੱਜ ਨੇ ਉਹਨੂੰ ਕਿਹਾ, ਜਾਂ ਤਾਂ ਬਿਨਾਂ ਸ਼ਰਤ ਇਹ ਕਹਿ ਦੇ ਕਿ ਧਰਤੀ ਚਪਟੀ ਹੈ ਜਿਵੇਂ ਬਾਈਬਲ ਵਿੱਚ ਲਿਖਿਆ ਹੋਇਆ ਹੈ, ਤੇ ਜਾਂ ਫਾਂਸੀ ਲੱਗਣ ਲਈ ਤਿਆਰ ਹੋ ਜਾ। ਵਿਚਾਰੇ ਗੈਲੀਲੀਓ ਨੇ ਕਿਹਾ, ਮੇਰੇ ਕੋਲੋਂ ਤਾਂ ਜੋ ਮਰਜ਼ੀ ਅਖਵਾ ਲਓ, ਮੇਰੀ ਆਖੀ ਗੱਲ ਤਾਂ ਮੇਰੀ ਪਤਨੀ ਤੇ ਬੱਚੇ ਤੱਕ ਨਹੀਂ ਮੰਨਦੇ ਤੇ ਨਾ ਹੀ ਤੁਸੀਂ ਸਾਰੇ ਮੰਨਦੇ ਹੋ। ਫਿਰ ਸੂਰਜ ਤੇ ਧਰਤੀ ਨੇ ਕਿੱਥੋਂ ਮੰਨਣੀ ਹੈ? ਧਰਤੀ ਸੂਰਜ ਦੁਆਲੇ ਚੱਕਰ ਕੱਟਦੀ ਹੈ ਤੇ ਨਾਲੇ ਗੋਲ ਹੈ। ਅਸਲ ਗੱਲ ਤਾਂ ਇਹੋ ਹੈ, ਭਾਵੇਂ ਮਾਰ ਦਿਓ ਤੇ ਭਾਵੇਂ ਛੱਡ ਦਿਓ। ਉਤਰਾ ਮੇਰੇ ਕੋਲੋਂ ਜੋ ਮਰਜ਼ੀ ਅਖਵਾ ਲਓ ਤੇ ਲਿਖਵਾ ਲਓ, ਮੈਂ ਲਿਖ ਦਿੰਦਾ ਹਾਂ। ਪਰ ਈਸਾਈਆਂ ਨੂੰ ਇਹ ਪਤਾ ਸੀ ਕਿ ਜੇ ਇਹ ਗੱਲ ਫੈਲ ਗਈ ਕਿ ਬਾਈਬਲ ਵਿੱਚ ਲਿਖੀਆਂ ਹੋਈਆਂ ਗੱਲਾਂ ਵਿੱਚੋਂ ਇੱਕ ਗੱਲ ਗਲਤ ਨਿਕਲੀ ਹੈ ਤਾਂ ਲੋਕਾਂ ਦਾ ਬਾਈਬਲ ਤੇ ਵਿਸ਼ਵਾਸ ਹੀ ਨਹੀਂ ਰਹਿਣਾ। ਜੇ ਕਿਸੇ ਧਰਮ ਗ੍ਰੰਥ ਵਿੱਚ ਇੱਕ ਗੱਲ ਗਲਤ ਹੋਵੇ ਤਾਂ ਹੋ ਸਕਦਾ ਹੈ ਦੂਜੀ ਵੀ ਗਲਤ ਹੋਵੇ। ਇਸੇ ਲਈ ਹੀ ਸਾਰੇ ਧਰਮਾਂ ਦੇ ਲੋਕ ਇਸ ਤਰ੍ਹਾਂ ਦੀ ਗੱਲ ਤੇ ਪਚਿੰਡੇ ਕੱਢ ਕੇ ਕਹਿਣ ਵਾਲੇ ਦੇ ਡੇਲਿਆਂ ਨੂੰ ਪੈ ਜਾਂਦੇ ਹਨ ਤਾਂ ਕਿ ਇਸ ਗੱਲ ਤੇ ਪਰਦਾ ਪਿਆ ਰਹੇ। ਅਖੀਰ ਵਿਚਾਰੇ ਗੈਲੀਲੀਓ ਨੂੰ ਫਾਂਸੀ ਦੇ ਹੀ ਦਿੱਤੀ ਗਈ। ਹਰੀਸ਼ ਦੀ ਇਹ ਗੱਲ ਬਿਲਕੁਲ ਸੱਚੀ ਸੀ। ਹੁਣ 1995 ਵਿੱਚ ਪੋਪ ਨੇ ਗੈਲੀਲੀਓ ਦੀ ਰੂਹ ਕੋਲੋਂ ਮੁਆਫੀ ਮੰਗੀ ਹੈ ਕਿ ਭਰਾਵਾ ਤੈਨੂੰ ਫਾਂਸੀ ਦੇਣੀ ਗਲਤ ਸੀ, ਤੂੰ ਸੱਚਾ ਸੀ ਤੇ ਅਸੀਂ ਝੂਠੇ ਸਾਂ। ਪਰ ਇਹ ਲਫ਼ਜ਼ ਕਿ ਧਰਤੀ ਚਪਟੀ ਹੈ ਤੇ ਸੂਰਜ ਧਰਤੀ ਦੁਆਲੇ ਚੱਕਰ ਲਾਉਂਦਾ ਹੈ ਅਜੇ ਵੀ ਬਾਈਬਲ ਵਿੱਚੋਂ ਨਹੀਂ ਕੱਢੇ ਗਏ। ਹਾਲਾਂਕਿ ਹੁਣ ਚੌਥੀ ਵਿੱਚ ਪੜ੍ਹਦੇ ਨਿਆਣੇ ਨੂੰ ਵੀ ਪਤਾ ਲੱਗ ਚੁੱਕਾ ਹੈ, ਪਰ ਈਸਾਈਆਂ ਦੀ ਅਜੇ ਵੀ ਬਾਈਬਲ ਵਿੱਚ ਦਰੁਸਤੀ ਕਰਨ ਦੀ ਜੁਰਅਤ ਨਹੀਂ ਪੈ ਰਹੀ। ਕੋਈ ਹੋਰ ਧਰਮਾਂ ਦੇ ਗ੍ਰੰਥਾਂ ਵਿੱਚ ਵੀ ਬਹੁਤ ਕੁਝ ਗਲਤ ਹੈ, ਪਰ ਬਾਈਬਲ ਵਾਂਗ ਮੰਨੇਗਾ ਕੋਈ ਵੀ ਨਹੀਂ। ਜਦੋਂ ਕੋਲੰਬਸ ਨੇ ਵੀ ਧਰਤੀ ਗੋਲ ਹੈ ਕਿਹਾ ਤਾਂ ਲੋਕ ਬੜਾ ਹੱਸੇ। ਕੋਲੰਬਸ ਸਪੇਨ ਦੀ ਮਹਾਰਾਣੀ ਕੋਲ ਆਪਣੇ ਸਫ਼ਰ ਲਈ ਆਗਿਆ ਲੈਣ ਗਿਆ ਤਾਂ ਸਿਰਫ 90 ਮਲਾਹ ਹੀ ਉਸ ਦੇ ਨਾਲ ਜਾਣ ਲਈ ਤਿਆਰ ਹੋਏ। ਉਸ ਦੀ ਵਿਰੋਧਤਾ ਕਰਨ ਵਾਲਿਆਂ ਨੇ ਕਿਹਾ ਕਿ ਇਸ ਨੂੰ ਇਸ ਸਫ਼ਰ ਦੀ ਆਗਿਆ ਨਹੀਂ ਦਿੱਤੀ ਜਾਣੀ ਚਾਹੀਦੀ ਕਿਉਂਕਿ ਇਸ ਨਾਲ ਹੋਰ ਮਲਾਹਾਂ ਦੀਆਂ ਜਾਨਾਂ ਵੀ ਜਾ ਸਕਦੀਆਂ ਹਨ। ਉਹਨੂੰ ਤਾਂ ਆਗਿਆ ਹੀ ਨਹੀਂ ਸੀ ਮਿਲਣੀ, ਉਹ ਤਾਂ ਸਪੇਨ ਦੀ ਰਾਣੀ ਬੜੀ ਦਲੇਰ ਸੀ। ਉਸਨੇ ਕਿਹਾ, ਉੱਦਾਂ ਵੀ ਤਾਂ ਬੰਦੇ ਮਰਦੇ ਹੀ ਰਹਿੰਦੇ ਹਨ, ਜੇ ਇਹ 90 ਵੀ ਮਰ ਜਾਣਗੇ ਤਾਂ ਕਿੱਧਰ ਦਾ ਲੋੜਾ ਆ ਚੱਲਿਆ ਹੈ। ਕੀ ਪਤਾ ਕੋਈ ਨਵਾਂ ਮੁਲਕ ਲੱਭ ਹੀ ਪਵੇ। ਕਹਿੰਦੇ ਹਨ ਕਈ ਮਹੀਨਿਆਂ ਦੇ ਸਫ਼ਰ ਤੋਂ ਬਾਅਦ ਇੱਕ ਦਿਨ ਕੋਲੰਬਸ ਨੇ ਅੱਧੀ ਰਾਤ ਨੂੰ ਵੇਖਿਆ ਕਿ ਜਹਾਜ਼ ਤੇ ਚੁੱਪ ਚਾਂ ਸੀ, ਕੋਈ ਬੰਦਾ ਵੀ ਡੈਕ ਤੇ ਨਜ਼ਰ ਨਹੀਂ ਸੀ ਆ ਰਿਹਾ। ਉਸਨੂੰ ਸ਼ੱਕ ਪਿਆ ਤਾਂ ਉਹਨੇ ਅੱਗੇ ਜਾ ਕੇ ਵੇਖਿਆ ਕਿ ਜਹਾਜ਼ ਦੇ ਇੱਕ ਕਮਰੇ ਦੇ ਦਰਵਾਜ਼ੇ ਬੰਦ ਕਰਕੇ ਮੀਟਿੰਗ ਚੱਲ ਰਹੀ ਹੈ। ਉਹਦੇ ਸਾਰੇ ਸਾਥੀਆਂ ਨੇ ਮਤਾ ਪਾਸ ਕਰ ਦਿੱਤਾ ਕਿ ਕੋਲੰਬਸ ਨੂੰ ਚੁੱਕ ਕੇ ਸਮੁੰਦਰ ਵਿੱਚ ਸੁੱਟ ਦਿੱਤਾ ਜਾਵੇ ਤੇ ਆਪ ਜਹਾਜ਼ ਨੂੰ ਵਾਪਸ ਮੋੜ ਕੇ ਆਪਣੇ ਦੇਸ਼ ਚਲੇ ਜਾਈਏ। ਕੋਲੰਬਸ ਨੂੰ ਆਪਣੀ ਮੌਤ ਨਿਸ਼ਚਿਤ ਦੱਸੀ ਤਾਂ ਉਹ ਦਰਵਾਜ਼ਾ ਖੋਲ ਕੇ ਅੰਦਰ ਚਲਾ ਗਿਆ ਤੇ ਸਾਥੀਆਂ ਨੂੰ ਕਿਹਾ, ਜਰਾ ਸੋਚੋ, ਸਿਰਫ 3 ਦਿਨਾਂ ਦਾ ਹੀ ਰਾਸ਼ਨ ਬਾਕੀ ਹੈ, ਵਾਪਸ ਜਾਂਦੇ ਭੁੱਖੇ ਨਾ ਮਰ ਜਾਓਗੇ। 3 ਦਿਨਾਂ ਵਿੱਚ ਕੀ ਪਤਾ ਧਰਤੀ ਲੱਭ ਹੀ ਪਵੇ ਤੇ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਹਾਂ ਕਿ 3 ਦਿਨਾਂ ਵਿੱਚ ਜ਼ਰੂਰ ਲੱਭ ਪਵੇਗੀ ਤੇ ਹੋ ਸਕਦਾ ਹੈ ਕਿ ਆਪਾਂ ਬਚ ਹੀ ਜਾਈਏ, ਨਹੀਂ ਤਾਂ ਵਾਪਸ ਜਾ ਕੇ ਬਚ ਤਾਂ ਹੁਣ ਤੁਸੀਂ ਵੀ ਨਹੀਂ ਸਕਦੇ। ਇਹ ਸੱਚੀ ਗੱਲ ਉਹਨਾਂ ਨੂੰ ਜੱਚ ਗਈ ਤੇ ਸੱਚਮੁੱਚ ਹੀ 3 ਦਿਨਾਂ ਬਾਅਦ ਉਹਨਾਂ ਨੂੰ ਕਾਂ ਉੜਦੇ ਦਿਸੇ, ਜਿਸ ਦਾ ਮਤਲਬ ਸੀ ਕਿ ਧਰਤੀ ਹੁਣ ਲਾਗੇ ਹੀ ਹੈ। ਅੰਜੀਲ ਈਸਾ ਮਸੀਹ ਦੀ ਮੌਤ ਤੋਂ ਬਾਅਦ 2ਵੀਂ ਸਦੀ ਦੇ ਅੰਤ ਵਿੱਚ ਲਿਖੀ ਗਈ। ਕੁਰਾਨ ਵੀ ਮੁਹੰਮਦ ਸਾਹਿਬ ਦੇ ਪਿੱਛੋਂ ਹਾਫਿਜ਼ਾਂ ਨੂੰ ਇਕੱਠੇ ਕਰਕੇ ਲਿਖਵਾਇਆ ਗਿਆ। ਈਸਾਈ ਜਦ ਤੱਕ ਯਹੂਦੀਆਂ ਤੋਂ ਵੱਖ ਨਹੀਂ ਹੋਏ ਤਦ ਤੱਕ ਭੈੜੀ ਹਾਲਤ ਵਿੱਚ ਰਹੇ।
ਇੱਕ ਵਾਰ ਤਾਂ ਈਸਾਈ ਧਰਮ ਬਹੁਤ ਹੀ ਘੱਟ ਗਿਣਤੀ ਵਿੱਚ ਰਹਿ ਗਿਆ ਸੀ। ਅੰਤ ਨੂੰ ਈਸਾਈਆਂ ਨੇ ਸੋਚ ਸਮਝ ਕੇ ਆਪਣੇ ਆਪ ਨੂੰ ਯਹੂਦੀਆਂ ਤੋਂ ਵੱਖ ਕੀਤਾ, ਇੱਥੋਂ ਤੱਕ ਕਿ ਖੁਦਾ ਦੇ ਹੁਕਮ ਤੋਂ ਵਿਰੁੱਧ ਸ਼ਨਿਚਰਵਾਦੀ ਥਾਂ ਐਤਵਾਰ ਨੂੰ ਪਵਿੱਤਰ ਦਿਨ ਥਾਪਿਆ। ਤਾਂ ਜਾ ਕੇ ਕਿਤੇ ਈਸਾਈ ਧਰਮ ਵਧਿਆ ਫੁੱਲਿਆ। ਪਵਿੱਤਰ ਬਾਈਬਲ ਦਾ 500 ਸਫ਼ਾ ਇੰਨਾ ਅਸ਼ਲੀਲ ਹੈ ਕਿ ਪੜ੍ਹਨ ਯੋਗ ਨਹੀਂ। ਇੱਕ ਅਮਰੀਕਨ ਨੇ ਉਹ 500 ਸਫ਼ਾ ਵੱਖਰਾ ਕਰਕੇ ਛਾਪ ਕੇ ਉਸ ਦਾ ਨਾਂ ਪਵਿੱਤਰ ਬਾਈਬਲ ਦਾ ਟੁਕੜਾ ਰੱਖ ਦਿੱਤਾ। ਅਕਬਰ ਨੇ ਧਰਮ ਦੀਨ ਏ ਇਲਾਹੀ ਇਸ ਖਿਆਲ ਨਾਲ ਚਲਾਇਆ ਕਿ ਮੁਸਲਮਾਨ, ਹਿੰਦੂ ਤੇ ਹੋਰ ਸਾਰੇ ਛੋਟੇ-ਛੋਟੇ ਧਰਮ ਇਸ ਧਰਮ ਦੇ ਪੈਰੋਕਾਰ ਬਣ ਜਾਣਗੇ, ਪਰ ਉਹ ਧਰਮ ਬੁਰੀ ਤਰ੍ਹਾਂ ਫੇਲ ਹੋਇਆ। ਜੀਸਸ ਦਾ ਪਾਲਣ ਪੋਸ਼ਣ ਜਿਸ ਸੰਪਰਦਾਇ ਵਿੱਚ ਹੋਇਆ ਤੇ ਜਿੱਥੋਂ ਉਹ ਦੀਕਸ਼ਤ ਹੋਏ ਉਸ ਦਾ ਨਾਂ ਇਸੈਨਿਸ ਹੈ। ਈਸਾਈ ਨਾਂ ਉੱਥੋਂ ਹੀ ਬਣਿਆ ਹੈ। ਉਹ ਤਬਕਾ ਹੁਣ ਲਗਭਗ ਖਤਮ ਹੋ ਚੁੱਕਾ ਹੈ। ਸਾਰੇ ਧਰਮ ਕਹਿੰਦੇ ਹਨ ਪਰਮਾਤਮਾ ਪ੍ਰਕਾਸ਼ ਹੈ, ਪਰ ਇਸੈਨਿਸ ਕਹਿੰਦੇ ਹਨ ਕਿ ਪਰਮਾਤਮਾ ਘੁੱਪ ਹਨੇਰਾ ਹੈ। ਮੁਹੰਮਦ ਸਾਹਿਬ ਨੇ ਜਦੋਂ ਇਸਲਾਮ ਦਾ ਪ੍ਰਚਾਰ ਸ਼ੁਰੂ ਕੀਤਾ ਤਾਂ ਉਹਨਾਂ ਦਾ ਵਿਰੋਧ ਵੀ ਸ਼ੁਰੂ ਹੋ ਗਿਆ। ਉਹਨਾਂ ਵਿਰੋਧੀਆਂ ਵਿੱਚੋਂ ਇੱਕ ਉਮਰ ਸੀ ਜਿਸ ਦੀ ਭੈਣ ਨੇ ਵੀ ਇਸਲਾਮ ਕਬੂਲ ਕਰ ਲਿਆ ਸੀ। ਇੱਕ ਦਿਨ ਉਮਰ ਗੁੱਸੇ ਨਾਲ ਭਰਿਆ ਮੁਹੰਮਦ ਸਾਹਿਬ ਦੇ ਘਰ ਉਹਨਾਂ ਨੂੰ ਕਤਲ ਕਰਨ ਪਹੁੰਚ ਗਿਆ। ਬਾਕੀ ਸਾਰੇ ਤਾਂ ਡਰ ਗਏ, ਪਰ ਮੁਹੰਮਦ ਸਾਹਿਬ ਨੇ ਕਿਹਾ, ਉਮਰ, ਤੂੰ ਕਦ ਤੱਕ ਖੁਦਾ ਤੇ ਉਸਦੇ ਰਸੂਲ ਦੇ ਖਿਲਾਫ ਲੜਦਾ ਰਹੇਗਾ? ਜਦੋਂ ਕਿਸੇ ਗੱਲ ਦਾ ਕੋਈ ਠੋਸ ਉੱਤਰ ਮਿਲ ਜਾਂਦਾ ਤਾਂ ਤਾਇਆ ਉਸੇ ਵੇਲੇ ਲੰਮਾ ਪੈ ਜਾਂਦਾ। ਮੈਨੂੰ ਜੈਨ ਧਰਮ ਬਾਰੇ ਉਦੋਂ ਕੋਈ ਖਾਸ ਪਤਾ ਨਹੀਂ ਸੀ। ਮੇਰਾ ਦੋਸਤ ਜਾਂ ਉਸਦਾ ਪਿਤਾ ਗੱਲ ਕਰਦੇ ਕਰਦੇ ਮੈਨੂੰ ਵੀ ਉਲਝਾ ਲੈਂਦੇ। ਜਿਵੇਂ ਗੱਲ ਹੋਈ ਕਿ ਮਹਾਵੀਰ ਜੈਨ ਦੇ ਕੰਨਾਂ ਵਿੱਚ ਇੱਕ ਵਾਰ ਇੱਕ ਡੰਗਰ ਚਾਰਨ ਵਾਲੇ ਨੇ ਲੱਕੜਾਂ ਠੋਕ ਦਿੱਤੀਆਂ ਸਨ ਤੇ ਉਸ ਉੱਤੇ ਭਿਆਨਕ ਕੁੱਤੇ ਛੱਡੇ ਗਏ ਸਨ। ਮੈਂ ਪੁੱਛਿਆ, ਕਿਉਂ? ਉਹ ਇਸ ਲਈ ਕਿ ਡੰਗਰ ਚਾਰਨ ਵਾਲੇ ਨੇ ਕੋਲ ਹੀ ਸਮਾਧੀ ਲਾ ਕੇ ਜੰਗਲ ਵਿੱਚ ਬੈਠੇ ਮਹਾਵੀਰ ਨੂੰ ਕਿਹਾ, ਮੈਂ ਪਾਣੀ ਪੀ ਕੇ ਆਉਂਦਾ ਹਾਂ, ਉਨਾ ਚਿਰ ਮੇਰੇ ਡੰਗਰਾਂ ਦਾ ਧਿਆਨ ਰੱਖੀ। ਮਹਾਵੀਰ ਨੇ ਉਦਾਂ ਹੀ ਸਿਰ ਹਿਲਾ ਦਿੱਤਾ, ਪਰ ਭਗਤੀ ਵਿੱਚ ਲੀਨ ਰਹੇ। ਜਦੋਂ ਉਹ ਬੰਦਾ ਆਇਆ ਤਾਂ ਡੰਗਰ ਜੰਗਲ ਵਿੱਚ ਖਿਲਰ ਪੁਲਰ ਗਏ ਸਨ। ਉਸ ਗਵਾਰ ਡਾਂਗਰੀ ਨੂੰ ਇੰਨਾ ਗੁੱਸਾ ਆਇਆ ਕਿ ਉਹਨੇ ਮਹਾਵੀਰ ਦੇ ਕੰਨਾਂ ਵਿੱਚ ਲੱਕੜਾਂ ਠੋਕ ਦਿੱਤੀਆਂ। ਫਿਰ ਉਹ ਮੈਨੂੰ ਪੁੱਛਦਾ, ਤੁਹਾਡੇ ਵੀ 2 ਗੁਰੂਆਂ ਨੂੰ ਮਾਰਿਆ ਸੀ ਨਾ? ਮੈਂ ਕਹਿੰਦਾ, ਹਾਂ ਜੀ, ਸਾਡੇ ਦੋਹਾਂ ਗੁਰੂਆਂ ਨੂੰ ਮੁਸਲਮਾਨ ਰਾਜਿਆਂ ਨੇ ਸ਼ਹੀਦ ਕਰ ਦਿੱਤਾ ਸੀ। ਗੁਰੂ ਅਰਜਨ ਦੇਵ ਜੀ ਨੂੰ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ। ਫਿਰ ਉਹ ਬੁੱਢਾ ਪੁੱਛਦਾ, ਯਾਰ, ਤੁਹਾਡਾ ਉਹ ਕੌਣ ਸੀ ਜਿਹਦਾ ਸਿਰ ਵੱਢਿਆ ਗਿਆ ਸੀ ਤੇ ਫੇਰ ਵੀ ਉਹ ਭੱਜਾ ਜਾਂਦਾ ਸੀ ਤੇ ਫੌਜਾਂ ਨੂੰ ਮਾਰਦਾ ਜਾਂਦਾ ਸੀ ਤੇ ਅੰਮ੍ਰਿਤਸਰ ਤੁਹਾਡੇ ਵੱਡੇ ਮੰਦਿਰ ਵਿੱਚ ਜਾ ਡਿੱਗਾ ਸੀ? ਮੈਂ ਕਹਿੰਦਾ, ਜੀ, ਉਹ ਬਾਬਾ ਦੀਪ ਸਿੰਘ ਜੀ ਸਨ। ਉਹਨਾਂ ਦੀ ਉਮਰ 80 ਸਾਲ ਸੀ ਤੇ ਉਹਨਾਂ ਦਾ ਖੰਡਾ 18 ਸੇਰ ਦਾ ਸੀ, ਜਿਹਨੂੰ ਕੋਈ ਚੱਜ ਨਾਲ ਚੁੱਕ ਵੀ ਨਹੀਂ ਸੀ ਸਕਦਾ। ਉਹਨਾਂ ਦਾ ਸੀਸ ਵੱਢਿਆ ਗਿਆ ਸੀ। ਵੱਡੇ ਹੋਏ ਸੀਸ ਨਾਲ ਹੀ ਬਾਬਾ ਜੀ ਨੇ ਕਿਹਾ, ਮੇਰਾ ਸਿਰ ਮੇਰੇ ਹੱਥ ਤੇ ਰੱਖ ਦਿਓ, ਤੇ ਇਸ ਤਰ੍ਹਾਂ ਲੜਦੇ ਲੜਦੇ ਉਹ ਹਰਿਮੰਦਰ ਸਾਹਿਬ ਤੋਂ 2 ਕੁ ਫਰਲਾਂਗ ਉਰੇ ਡਿੱਗ ਪੈਣ ਲੱਗੇ ਤਾਂ ਕਿਸੇ ਨੇ ਉਹਨਾਂ ਨੂੰ ਚੇਤਾ ਕਰਾਇਆ, ਬਾਬਾ ਜੀ, ਤੁਸਾਂ ਤੇ ਹਰਿਮੰਦਰ ਸਾਹਿਬ ਪਹੁੰਚ ਕੇ ਸਿਰ ਦੇਣਾ ਸੀ, ਹੁਣ ਇੱਥੇ ਹੀ ਡਿੱਗਣ ਲੱਗੇ ਹੋ। ਤਾਂ ਉਹਨਾਂ ਨੇ ਜ਼ੋਰ ਨਾਲ ਆਪਣੇ ਸੀਸ ਨੂੰ ਵਗਾ ਕੇ ਮਾਰਿਆ। ਲੱਥਾ ਹੋਇਆ ਸੀਸ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਜਾ ਡਿੱਗਾ। ਉੱਥੇ ਇੱਕ ਪਾਸੇ ਉਹਨਾਂ ਦੀ ਯਾਦ ਬਣੀ ਹੋਈ ਹੈ। ਸਾਰੇ ਬੜੇ ਗੰਭੀਰ ਹੋ ਕੇ ਗੱਲ ਸੁਣਦੇ, ਪਰ ਸਿਰ ਇੱਕ ਵਾਰ ਪੂਰਾ ਕੱਟ ਕੇ ਥੱਲੇ ਡਿੱਗ ਪੈਣ ਤੇ ਫੇਰ 6 ਮੀਲ ਲੜਦੇ ਲੜਦੇ ਜਾਣਾ ਤੇ 2 ਫਰਲਾਂਗ ਤੋਂ ਸੀਸ ਸੁੱਟਣਾ ਉਹਨਾਂ ਦੇ ਮੰਨਣ ਵਿੱਚ ਨਾ ਆਉਂਦਾ। ਫਿਰ ਹਰੀਸ਼ ਕੋਈ ਖੁੱਲ੍ਹ ਕੇ ਟਿੱਪਣੀ ਤਾਂ ਨਾ ਕਰਦਾ, ਕਿਉਂਕਿ ਉਹਨੂੰ ਪਤਾ ਸੀ ਕਿ ਸਿੱਖ ਆਪਣੇ ਧਰਮ ਦੇ ਮਾਮਲੇ ਵਿੱਚ ਬੜੇ ਕੁਪੱਤੇ ਹੁੰਦੇ ਹਨ ਤੇ ਕਿਸੇ ਦੀ ਕੋਈ ਦਲੀਲ ਜਾਂ ਗੱਲ ਸੁਣਨ ਤੋਂ ਪਹਿਲਾਂ ਹੀ ਮਾਰੋ ਮਾਰੀ ਤੇ ਉੱਤਰ ਆਉਂਦੇ ਹਨ। ਸਿਰਫ ਇੰਨਾ ਕੁ ਕਹਿੰਦਾ, ਦੇਖ ਬਈ ਕੁਲਬੀਰ, ਕਿਸੇ ਡਾਕਟਰ ਨੂੰ ਪੁੱਛ ਕੇ ਵੇਖ ਲੈ। ਸਾਰੇ ਕਹਿਣਗੇ ਕਿ ਜਦੋਂ ਬੰਦੇ ਦੇ ਸਿਰ ਦਾ ਕਨੈਕਸ਼ਨ ਧੜ ਨਾਲੋਂ ਕੱਟਿਆ ਜਾਵੇ, ਜਿਵੇਂ ਪਾਣੀ ਵਿੱਚ ਡੁੱਬ ਕੇ ਸਾਹ ਬੰਦ ਹੋ ਜਾਣ ਤੇ ਜਾਂ ਸਿਰ ਕੱਟੇ ਜਾਣ ਤੇ,
ਜਦੋਂ ਆਕਸੀਜਨ ਦੀ ਸਪਲਾਈ ਦਿਮਾਗ ਤੱਕ ਨਹੀਂ ਪਹੁੰਚਦੀ ਤਾਂ ਦਿਮਾਗ ਦੀਆਂ ਲੱਖਾਂ ਹੀ ਬਰੀਕ-ਬਰੀਕ ਨਾੜੀਆਂ 5 ਮਿੰਟਾਂ ਤੋਂ ਬਾਅਦ ਟੁੱਟਣ ਲੱਗ ਪੈਂਦੀਆਂ ਹਨ ਤੇ 1.5-2 ਮਿੰਟ ਵਿੱਚ ਪੂਰੀ ਤਰ੍ਹਾਂ ਟੁੱਟ ਜਾਂਦੀਆਂ ਹਨ। ਇੱਕ ਵਾਰ ਨਾੜਾਂ ਦਾ ਜਾਲ ਟੁੱਟ ਜਾਵੇ ਤੇ ਜੇ ਬੰਦਾ ਬਚ ਵੀ ਜਾਵੇ ਤਾਂ ਪੱਥਰ ਤੇ ਬੰਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਬਸ ਡੁੰਨ-ਵੱਟਾ ਬਣ ਜਾਂਦਾ ਹੈ। ਤਾਂ ਹੀ ਤਾਂ ਡਾਕਟਰ ਦਿਲ ਫੇਲ ਹੋਣ ਤੇ ਛੇਤੀ-ਛੇਤੀ ਮਰੀਜ਼ ਦੇ ਮੂੰਹ ਵਿੱਚ ਮੂੰਹ ਪਾ ਕੇ ਬਨਾਵਟੀ ਸਾਹ ਦੇਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਦਿਮਾਗ ਦੀਆਂ ਨਾੜੀਆਂ ਟੁੱਟ ਨਾ ਜਾਣ। ਫਿਰ ਉਹ ਗੱਲ ਵਿੱਚੇ ਛੱਡ ਕੇ ਕਹਿੰਦਾ, ਤੈਨੂੰ ਦੱਸਣ ਦਾ ਕੀ ਫਾਇਦਾ, ਤੂੰ ਕਿਤੇ ਕਿੱਡਾ ਕੁ ਸਮਝਦਾਰ ਹੈ। ਮੈਂ ਫੱਟ ਕਹਿੰਦਾ, ਸ਼ਰਮ ਕਰ ਸ਼ਰਮ, ਆ ਪਿਛਲੇ ਇਮਤਿਹਾਨ 'ਚ ਹੀ ਮੇਰੇ ਤੇਰੇ ਨਾਲੋਂ ਜ਼ਿਆਦਾ ਨੰਬਰ ਸਨ, ਤੂੰ ਤਾਂ ਇੱਕ ਸਬਜੈਕਟ ਵਿੱਚੋਂ ਫੇਲ ਵੀ ਹੋਇਆ ਸੈਂ। ਫਿਰ ਉਹ ਢੀਠ ਜਿਹਾ ਹੋ ਕੇ ਕਹਿੰਦਾ, ਲੈ ਨੰਬਰਾਂ ਨਾਲ ਕੀ ਹੁੰਦਾ ਹੈ। ਫਿਰ ਉਹ ਇਸੇ ਗੱਲ ਨੂੰ ਰਾਜਸਥਾਨੀ ਬੋਲੀ ਵਿੱਚ ਦੁਹਰਾ ਕੇ ਹੱਥ ਨਚਾਉਂਦਾ, ਇਸ ਸੇ ਕੀ ਹੋਵੇ। ਇਹ ਗੱਲਾਂ ਉਹ ਝੇਪ ਮਿਟਾਉਣ ਨੂੰ ਕਹਿੰਦਾ ਕਿਉਂਕਿ ਉਹਦੇ ਪਿਓ ਸਾਹਮਣੇ ਮੈਂ ਉਹਦੀ ਨਲਾਇਕੀ ਜੋ ਜ਼ਾਹਰ ਕਰ ਦਿੰਦਾ। ਫਿਰ ਉਹ ਆਪਣੀ ਭੈਣ ਨੂੰ ਕਹਿੰਦਾ, ਮਿੰਨੀ ਇਹ ਸਾਡੇ ਕਾਲਜ ਦਾ ਇੱਕ ਨੰਬਰ ਦਾ ਮੂੰਹ ਫੱਟ ਹੈ, ਇਹਦੇ ਕੋਲੋਂ ਤੇ ਬਾਬਾ ਸਾਰੇ ਪ੍ਰੋਫੈਸਰ ਵੀ ਡਰਦੇ ਆ। ਇੱਕ ਦਿਨ ਪ੍ਰਿੰਸੀਪਲ ਸਾਹਿਬ ਨੂੰ ਵੀ ਪੈ ਗਿਆ ਸੀ। ਮਿੰਨੀ ਕਹਿੰਦੀ, ਕਿਉਂ? ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਜੀ ਨੇ DAV ਕਾਲਜ ਆਉਣਾ ਸੀ। ਉਹਨਾਂ ਨੂੰ NCC ਆਰਮੀ ਵਿੰਗ ਨੇ ਸਲਾਮੀ ਦੇਣੀ ਸੀ। ਇਹ NCC ਰਾਈਫਲਸ ਦਾ ਅੰਡਰ ਅਫਸਰ ਹੈ। ਪ੍ਰਿੰਸੀਪਲ ਨੂੰ ਇਹਨੇ ਕਿਹਾ, ਜਾਂ ਤੇ NCC ਰਾਈਫਲਸ ਵੀ ਭਾਗ ਲਵੇਗੀ, ਨਹੀਂ ਤੇ ਕੋਈ ਵੀ ਸਲਾਮੀ ਨਹੀਂ ਦੇਵੇਗਾ। ਪ੍ਰਿੰਸੀਪਲ ਸਾਹਿਬ ਇਸ ਮਾਮੂਲੀ ਦਿਹਾਤੀ ਅੱਗੇ ਝੁਕ ਗਏ। ਇਹਨੇ ਆਰਮੀ ਵਿੰਗ ਦੇ ਅੰਡਰ ਅਫਸਰ ਦੇ ਨਾਲ ਖਲੋ ਕੇ ਆਕੜ ਕੇ ਫੋਟੋ ਖਿਚਵਾਈ। ਉਦਣ ਦਾ ਹੀ ਆਕੜਿਆ ਫਿਰਦਾ। ਫਿਰ ਮੇਰੇ ਵੱਲ ਹੱਥ ਕਰਕੇ ਕਹਿੰਦਾ, ਵੇਖ ਤੇ ਸਹੀ ਕਿੱਦਾਂ ਅੰਦਰੋਂ ਅੰਦਰ ਖੁਸ਼ ਹੋ ਰਿਹਾ ਹੈ। ਉਸਦੀਆਂ ਉਹ ਗੱਲਾਂ ਸਾਰਿਆਂ ਨੂੰ ਦੱਸਣੀਆਂ ਮੈਨੂੰ ਵੀ ਚੰਗੀਆਂ ਲੱਗਦੀਆਂ ਸਨ। ਉਹਦੀ ਮਾਂ ਚਾਹ ਲਿਆਉਣ ਲਈ ਆਵਾਜ਼ ਮਾਰਦੀ। ਉਹਦੇ ਪਿਓ ਦੇ ਇਹ ਕਹਿਣ ਤੇ ਕਿ ਇਹਨੇ ਨਾਸਤਕ ਹੋ ਜਾਣਾ, ਹਰੀਸ਼ ਕਹਿੰਦਾ, ਨਹੀਂ ਪਾਪਾ, ਇਸ ਜਨਮ ਵਿੱਚ ਚਾਹੁੰਦਾ ਹੋਇਆ ਵੀ ਮੈਂ ਨਾਸਤਕ ਨਹੀਂ ਬਣ ਸਕਦਾ। ਇੱਕ ਅੰਗਰੇਜ਼ ਨੇ ਕਿਤਾਬ ਲਿਖੀ ਹੈ, ਉਸ ਵਿੱਚ ਉਹਨੇ ਕਿਹਾ ਹੈ, ਮੇਰਾ ਈਸਾਈ ਧਰਮ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਬਾਕੀ ਧਰਮਾਂ ਤੋਂ ਵੀ ਉੱਠ ਗਿਆ ਹੈ, ਪਰ ਫਿਰ ਵੀ ਕਿਧਰੇ ਗਹਿਰੇ ਵਿੱਚ ਜੀਸਸ ਮੇਰੇ ਮਨ ਵਿੱਚ ਬੈਠਾ ਹੈ। ਇਸੇ ਤਰ੍ਹਾਂ ਹੀ ਭਾਵੇਂ ਮੇਰਾ ਵੀ ਹੁਣ ਕਿਸੇ ਧਰਮ ਵਿੱਚ ਕੋਈ ਖਾਸ ਵਿਸ਼ਵਾਸ ਨਹੀਂ, ਪਰ ਫਿਰ ਵੀ ਭਗਵਾਨ ਮਹਾਵੀਰ ਮੈਨੂੰ ਨਾਸਤਕ ਨਹੀਂ ਬਣਨ ਦਿੰਦਾ। ਕਈ ਵਾਰ ਜੈਨੀ ਬੁੱਢਾ ਮੈਨੂੰ ਪੁੱਛਦਾ, ਕੁਲਬੀਰ ਤੁਹਾਡੇ ਧਰਮ ਵਿੱਚ ਵੀ ਨਰਕ ਸਵਰਗ ਹੈ ਕਿ ਨਹੀਂ? ਹੋਣਾ ਹੀ ਆ ਜੀ। ਗੁਰਬਾਣੀ ਵਿੱਚ ਚਿੱਤਰਗੁਪਤ ਜੋ ਸਾਰਾ ਲੇਖਾ ਲਿਖ ਕੇ ਧਰਮਰਾਜ ਨੂੰ ਭੇਜਦੇ ਹਨ ਲਿਖਿਆ ਹੈ ਤੇ ਉਹਨਾਂ ਦੇ ਲਿਖੇ ਅਨੁਸਾਰ ਕਿਸੇ ਨੂੰ ਨਰਕ ਤੇ ਕਿਸੇ ਨੂੰ ਸਵਰਗ ਮਿਲਦਾ ਹੈ। ਇਸ ਤੋਂ ਵੱਧ ਤਾਂ ਮੈਨੂੰ ਖਾਸ ਪਤਾ ਵੀ ਨਹੀਂ ਸੀ ਹੁੰਦਾ। ਮਿੰਨੀ ਹੱਸ ਪੈਂਦੀ ਤੇ ਅੰਗਰੇਜ਼ੀ ਵਿੱਚ ਕਹਿੰਦੀ, ਵੈਰੀ ਡਿਪਲੋਮੈਟਿਕ ਰਿਪਲਾਈ, ਬੜਾ ਖੱਚਰਾ ਜਵਾਬ। ਪਰ ਹਰੀਸ਼ ਕਹਿੰਦਾ, ਪਾਪਾ, ਇਹਨਾਂ ਦੇ ਧਰਮ ਵਿੱਚ ਵੀ ਲਗਭਗ ਉਹ ਸਭ ਕੁਝ ਹੈ ਜੋ ਹਿੰਦੂ ਧਰਮ ਵਿੱਚ ਹੈ। ਸਿਰਫ ਇਹਨਾਂ ਦੇ ਗੁਰੂ ਜੀ ਨੇ ਇਹ ਸੁਧਾਰ ਕੀਤਾ ਹੈ ਕਿ ਹਿੰਦੂ ਧਰਮ ਵਿੱਚ ਆਏ ਸਾਰੇ ਫਜ਼ੂਲ ਤੇ ਪੁਰਾਣੇ ਰਿਵਾਜ, ਜਿਵੇਂ ਜੰਜੂ ਪਾਉਣਾ ਜਾਂ ਕੋਈ ਮਰ ਜਾਵੇ ਤਾਂ ਪੁੱਤਰਾਂ ਵੱਲੋਂ ਸਿਰ ਰੋਡਾ ਕਰਵਾਉਣਾ ਆਦਿ ਹੀ ਹਟਾਏ ਹਨ। ਬਾਕੀ ਸਭ ਕੁਝ ਉਹ ਹੀ ਹੈ। ਹਰੀਸ਼ ਇਹ ਉਹ ਹੀ ਲਫ਼ਜ਼ ਦੁਹਰਾ ਰਿਹਾ ਸੀ ਜੋ ਸਾਡਾ ਧਾਰਮਿਕ ਸਿੱਖਿਆ ਵਾਲਾ ਪ੍ਰੋਫੈਸਰ ਕਹਿੰਦਾ ਹੁੰਦਾ ਸੀ। ਇਹ ਪ੍ਰੋਫੈਸਰ ਮਹਾਤਮਾ ਗਾਂਧੀ ਨੂੰ ਗੋਲੀ ਮਾਰਨ ਵਾਲੇ ਨੱਥੂ ਰਾਮ ਗੋਡਸੇ ਦਾ ਸਾਥੀ ਸੀ ਤੇ ਗਾਂਧੀ ਦੇ ਕਤਲ ਦਾ ਮੁਕੱਦਮਾ ਇਹਦੇ ਤੇ ਵੀ ਚੱਲਿਆ ਸੀ। ਨੱਥੂ ਰਾਮ ਗੋਡਸੇ ਤਾਂ ਫਾਹੇ ਲੱਗ ਗਿਆ, ਪਰ ਇਹ ਬਰੀ ਹੋ ਗਿਆ ਸੀ। ਇਹ ਪ੍ਰੋਫੈਸਰ ਦੱਸਦਾ ਹੁੰਦਾ ਸੀ ਕਿ ਉਹ ਹੈਡਗੇਵਾਰ ਦਾ ਬੜਾ ਗਹਿਰਾ ਪ੍ਰਸ਼ੰਸਕ ਹੈ। ਸਿੱਖ ਧਰਮ ਬਾਰੇ ਉਹ ਕਹਿੰਦਾ ਸੀ ਕਿ ਹਿੰਦੂ ਤੇ ਸਿੱਖ ਦੋਵੇਂ ਇੱਕ ਹੀ ਦਰਖਤ ਦੇ ਦੋ ਟਾਹਣ ਹਨ, ਪਰ ਪਤਾ ਨਹੀਂ ਇਹਨਾਂ ਸਿੱਖਾਂ ਨੂੰ ਪੂਰਾ ਦਰਖਤ ਹੋਣ ਦਾ ਭੁਲੇਖਾ ਕਿਹਨੇ ਪਾ ਦਿੱਤਾ ਹੈ। ਭਾਰਤ ਦਾ ਹਿੰਦੂ ਚਾਹੁੰਦਾ ਹੈ ਕਿ ਭਾਰਤ ਦਾ ਇਤਿਹਾਸ ਆਰੀਆ ਦੇ ਆਉਣ ਤੋਂ ਸ਼ੁਰੂ ਹੋਵੇ ਤੇ ਸਿੱਖ ਵੀ ਰਿਸ਼ੀ ਮੁਨੀਆਂ ਦੇ ਬਣਾਏ ਹੋਏ ਜ਼ਿੰਦਗੀ ਗੁਜ਼ਾਰਨ ਦੇ ਤਰੀਕੇ ਨੂੰ ਮੰਨਣ। ਸ਼ਾਇਦ ਉਹ ਮਨੂਵਾਦ ਦੀ ਗੱਲ ਕਰਨੀ ਚਾਹੁੰਦਾ ਸੀ, ਪਰ ਦਲਿਤ ਮੁੰਡਿਆਂ ਕਰਕੇ ਨਹੀਂ ਸੀ ਕਰਦਾ ਤੇ ਵਲ ਪਾ ਕੇ ਕਹਿੰਦਾ ਸੀ,
पर जदों सिख अपना इतिहास 500 साल तो गुरु नानक तो शुरू करते हैं तो इसे लई कई लोग सिखां नूं गद्दार कहण तक जाते हैं। होर किसी हिंदू का सिखां नाल कोई विरोध नहीं। मेरा वो मित्र हुण इस दुनिया विच नहीं, पर ओदियां बहुत सारियां गल्लां नूं मैं अजे भी ठीक मानदा हां। ओदियां धर्म बारे बहुत टिप्पणियां नूं मैं अज भी झुठला नहीं सकदा। शायद कोई भी बंदा अपने धर्म विच आईयां त्रुटियां करके उस धर्म नूं जो उसनूं बचपन तो मिलिया होवे छड्ड नहीं सकदा। अज तो करीब 35 साल पहला मेरा मित्र जैन धर्म विच पाए ब्राह्मण दे रले करके बहुत चिंतित सी, पर मैनूं उदों कोई चिंता नहीं सी। मैं अपने धर्म नूं सर्वश्रेष्ठ धर्म समझदा सां। इस चढ़दी कला वाली भावना करके अंदरों अंदर मैनूं बड़ा आनंद आउंदा। ਉਹਦੇ कहे होए शब्द अज भी मेरे ਕੰਨਾਂ ਵਿੱਚ ਗੂੰਜਦੇ ਹਨ। ਉਹ ਸਿੱਧਾ ਬ੍ਰਾਹਮਣ ਨੂੰ ਕਸੂਰਵਾਰ नहीं सी ਮੰਨਦਾ। ਉਹਦੀ ਨਿਗਾਹ ਵਿੱਚ ਜੈਨੀ ਵਿਦਵਾਨ ਤੇ ਧਾਰਮਿਕ ਲੋਕ ਵੀ ਉਨੇ ਹੀ ਕਸੂਰਵਾਰ ਸਨ। ਸਗੋਂ ਉਹ ਆਪਣੇ ਮਾਤਾ ਪਿਤਾ ਤੇ ਤਾਏ ਨੂੰ ਵੀ ਪੂਰਾ ਕਸੂਰਵਾਰ ਮੰਨਦਾ ਸੀ। ਉਹ ਕਹਿੰਦਾ ਸੀ, ਜੇ ਸਧਾਰਨ ਲੋਕ ਗਲਤ ਤੇ ਭੁਲੇਖਾ ਪਾਉ ਜੈਨ ਪ੍ਰਚਾਰ ਨੂੰ ਨਾ ਮੰਨਣ ਤਾਂ ਬ੍ਰਾਹਮਣ ਇਹਨਾਂ ਦਾ ਹੁਣ ਵੀ ਕੁਝ ਨਹੀਂ ਵਿਗਾੜ ਸਕਦਾ। उसके ख्याल अनुसार मरदे जैन धर्म विच अजे भी रूह फूकी जा सकती है, पर वह यह भी मानता सी कि इस तरह हो सकना हुण काफ़ी मुश्किल है, क्योंकि जैनी बहुत बुरी तरह गुमराह हो चुके हैं। गुमराह होए लोकां नूं राह ते लियाउणा उन्ना ही औखा हुंदा है जिन्ना खोते नूं बेड़ी ते चढ़ाउणा। ਉਹ ਕਹਿੰਦਾ ਸੀ, जे कोई खोते नूं बेड़ी ते चढ़ाउण दी कोशिश करे तां ਉਹ सगों पिछां नूं जांदा है। उसका तरीका यह है कि खोते का पिछा बेड़ी वाल करके अगे नूं खिंचिया जाए तो वह अड़ी करके पिछा नूं जाता है ते इस तरह कड़प करके बेड़ी विच चढ़ जाता है। पता नहीं क्यों वह किसी भी सुधार नूं असंभव मानता सी, बल्कि उसका फतवा सी कि हुण कुछ नहीं हो सकता। इक्को ही समय ते उस दियां दो सोचां शायद निराशा दा सिट्टा सन। इहो ही हाल अज हर जागरूक सिख दा है। उपरोक्त सारियां गल्लां तो मैं उदों अनजान सां, पर अज नहीं। मैनूं हुण पूरा पता है कि जैनियां दी निगरी हालत बारे जिन्ना मेरा मित्र इन्नी छोटी उम्र विच उदों चिंतित सी, अज सिखां दी हालत उस तो कई गुणा वध भैड़ी स्थिति विच है। जैन तां जिथे को उदों सन उत्थे को ही हुण हन, पर सिख बहुत डूंगी खड्ड विच डिग चुके हैं। मैनूं उदों यह समझ नहीं सी हुंदी कि जे मूँह खुर दी बीमारी मੱਝਾਂ नूं लग गई होवे तां ओह होर जानवरां नूं भी लग जांदी है। ਜਿਹੜੇ रोग नाल बकरी मरी ओह रोग पठोरे नूं वांग जैनी ते बोधी दोवें मारे गए, पर मुस्लिम अते ईसाई धर्म दोवें इत्थों दे जंपल नहीं अते ओह दोवें ही हमलावर सन ते बाहरले मुल्कां विच इन्हां दियां जड़ां बहुत मजबूत हैं, इसलिए यह नहीं मार सकते। जदों कि दूजे चारे धर्म अर्थात जैनी, बोधी, पारसी ते सिख नहीं बच सकते। ब्राह्मण ने सिखां नूं विचों विच खा लिया है। जैनियां दे धार्मिक ग्रंथां विच रला तां पिया, पर उन्हां दा अहिंसा दा असूल अजे भी ज्यों दा त्यों है। इस असूल तो ही वह अपना सुधार करना चाहण तां शायद संभव हो सकदा होवे, पर सिख धर्म का तो हुण कोई असूल ही नहीं रह गया। जिस धर्म के पैर वड्डे जाण उसका की बन सकता है। गुरुद्वारियां दे ग्रंथी ब्राह्मण का रूप लै चुके हैं ते 5 तख्तां दे जथेदार शंकरचारिया पीठां दा साधा संतां ने लोकां दे दिमाग बीमार कर दिते हैं अते झूठियां सच्चियां साखियां सुना के इन्ना कचरा भर दिता है जो हुण कढ़िया नहीं जा सकता। 10 गुरु साहिबान जिन्हां ने पूरे 200 साल विच सिखां दा रूप ते सिद्धांत तैयार कीता सी, अज डेरेदार साधा संतां दी धूड़ विच आम सिखां दी पछाणों बाहर होण दी नौबत तक आ गया है। 10 गुरु साहिबान ने जिहड़ा काम सिखां नूं ना करन दी हिदायत कीती सी, ओह काम सगों जरूर ही करवाउण लई साध संत हर हीला वसीला वरत रहे हैं। ब्राह्मण दी तोते रट नूं गुरु जी ने नकारिया सी, पर अज गुरु ग्रंथ साहिब जी की शब्दी सिक्ख्या ग्रहण करन दी थां सगों सिखां ने गुरु ग्रंथ साहिब नूं ही ब्राह्मणा वांग रटना शुरू कर दिता है।
5 ਲੱਖ ਪਾਠ, 1.25 ਲੱਖ ਪਾਠ ਤੇ ਇੱਕ ਲਾਈਨ ਵਿੱਚ 21 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਰੱਖ ਕੇ ਪਾਠ ਕਰਨ ਨੇ ਬ੍ਰਾਹਮਣਾਂ ਨੂੰ ਵੀ ਮਾਤ ਪਾ ਦਿੱਤਾ ਹੈ। ਢੋਲਕੀਆਂ, ਚਿਮਟਿਆਂ, ਹਾਰਮੋਨੀਅਮ ਵਾਜਿਆਂ ਤੇ ਲਾਊਡ ਸਪੀਕਰਾਂ ਨਾਲ ਆਪਣੇ ਹੀ ਮਨ ਵਿੱਚ ਬੈਠੇ ਸਤਿਗੁਰੂ ਨੂੰ ਲੱਭਿਆ ਜਾ ਰਿਹਾ ਹੈ। ਗੁਰੂ ਦਸਮ ਪਾਤਸ਼ਾਹ ਜੀ ਦੀ ਇੱਛਾ ਦੇ ਉਲਟ ਪੀੜੀ ਦੇ ਪਾਵਿਆਂ, ਥੜਿਆਂ ਤੇ ਸਰਦਲਾਂ ਨੂੰ ਨੱਪਿਆ ਕੁੱਟਿਆ ਜਾ ਰਿਹਾ ਹੈ। ਜਿਹੜਾ ਸਰੀਰ 5 ਭੂਤਕ ਨਾ ਹੋਵੇ ਉਹ ਠੰਡ ਤੇ ਗਰਮੀ ਤੋਂ ਰਹਿਤ ਹੁੰਦਾ ਹੈ। ਮਹਾਰਾਜ ਦੇ ਸੁਖ ਆਸਣ ਦੇ ਨਾਂ ਤੇ AC ਤੇ ਹੀਟਰ ਲੱਗ ਰਹੇ ਹਨ। ਕੰਬਲ, ਰਜਾਈਆਂ ਦਿੱਤੇ ਜਾ ਰਹੇ ਹਨ। ਗਰਮੀਆਂ ਵਿੱਚ ਮਲਮਲ ਦਾ ਬਰੀਕ ਕੱਪੜਾ ਤੇ ਸਰਦੀਆਂ ਵਿੱਚ ਭਾਰੀਆਂ ਰਜਾਈਆਂ ਖਰੀਦ ਕੇ ਪੁੰਨ ਖੱਟਿਆ ਜਾ ਰਿਹਾ ਹੈ। ਨਾਰੀਅਲ ਤੇ ਕੁੰਭ ਗ੍ਰੰਥੀ ਕਹਿ ਕੇ ਮੰਗਵਾਉਂਦੇ ਹਨ। ਕੋਰਾ ਘੜਾ ਨਾ ਹੋਵੇ ਤਾਂ ਅਰਥੀ ਨਹੀਂ ਚੁੱਕੀ ਜਾਂਦੀ। ਇਸ ਸਭ ਕੁਝ ਨੇ ਸਿੱਖੀ ਨੂੰ ਡੂੰਘੀ ਖੱਡ ਵਿੱਚ ਧਕੇਲ ਦਿੱਤਾ ਹੈ। ਡੇਰਿਆਂ ਦੇ ਸਾਧਾਂ ਨੂੰ ਗੁਰੂਆਂ ਦੇ ਗੁਰਪੁਰਬ ਮਨਾਉਣੇ ਭੁੱਲ ਗਏ ਹਨ, ਪਰ ਆਪਣੇ ਤੋਂ ਪਹਿਲਾਂ ਹੋ ਚੁੱਕੇ ਸਾਧਾਂ ਦੇ ਮੇਲੇ ਲਵਾਉਂਦੇ ਤੇ ਗੁਰਪੁਰਬ ਤੋਂ ਵੀ ਜ਼ਿਆਦਾ ਅਡੰਬਰ ਰਚਦੇ ਹਨ। ਭਗਤ ਕਬੀਰ ਜੀ ਦੀ ਬਾਣੀ ਦਾ ਉਹ ਮੁੱਖ ਵਾਕ, ਦੋਨੋਂ ਹਾਥ ਉਲੀਚੀਏ ਯਹੀ ਸੰਤਨ ਕਾ ਕਾਮ, ਅੱਜ ਬੇਮਤਲਬ ਹੋ ਗਿਆ ਹੈ। ਅੱਜ ਕੱਲ੍ਹ ਦੇ ਸਾਧ ਤਾਂ ਪੈਸੇ ਨੂੰ ਇੰਨਾ ਘੁੱਟ ਲੈਂਦੇ ਹਨ ਤੇ ਗ੍ਰਹਿਸਤੀਆਂ ਨਾਲੋਂ ਵੀ ਮਾਇਆ ਦਾ ਜ਼ਿਆਦਾ ਮੋਹ ਕਰਦੇ ਹਨ ਕਿ ਕਿਸੇ ਸਾਧ ਕੋਲੋਂ ਕੌਮ ਦੇ ਭਲੇ ਵਾਸਤੇ ਪੈਸੇ ਲੈਣੇ ਤੇ ਸੰਡਾ ਚੋਣਾ ਇੱਕ ਬਰਾਬਰ ਹੈ। ਅੱਜ ਜੈਨੀਆਂ ਤੇ ਬੋਧੀਆਂ ਵਾਂਗ ਸਿੱਖ ਧਰਮ ਵੀ ਪੂਰੀ ਤਰ੍ਹਾਂ ਬ੍ਰਾਹਮਣ ਦੀ ਗ੍ਰਿਫਤ ਵਿੱਚ ਹੈ। ਸਿੱਖ ਹਿੰਦੂ ਰੂਪੀ ਅਜਗਰ ਦੇ ਵਲੇਵੇਂ ਵਿੱਚ ਫਸ ਚੁੱਕਾ ਹੈ। ਹੁਣ ਦਿਨ ਬ ਦਿਨ ਅਜਗਰ ਦੀ ਘੁਟਨ ਵੱਧਦੀ ਜਾਵੇਗੀ ਤੇ ਸਿੱਖ ਦੀਆਂ ਹੱਡੀਆਂ ਦਾ ਚੂਰਾ ਬਣਨ ਦੇ ਨਾਲ ਨਾਲ ਗਿੱਠ ਲੰਮੀ ਜੀਭ ਵੀ ਬਾਹਰ ਨਿਕਲ ਆਵੇਗੀ। ਜਿਨ੍ਹਾਂ ਡੇਰੇ ਵਾਲੇ ਸੰਤਾਂ ਸਾਧਾਂ ਨੇ ਆਮ ਸਿੱਖਾਂ ਦੀ ਅਗਵਾਈ ਕਰਕੇ ਉਹਨਾਂ ਨੂੰ ਹਿੰਦੂ ਰੂਪੀ ਅਜਗਰ ਦੇ ਮੂੰਹ ਵਿੱਚੋਂ ਬਚਾਉਣਾ ਸੀ, ਉਹ ਤਾਂ ਆਪ ਅਜਗਰ ਬਣ ਚੁੱਕੇ ਹਨ। ਹੁਣ ਸਿੱਖ ਦਾ ਕੀ ਬਣਨਾ ਹੈ? ਸਤਿਗੁਰੂ ਸੱਚੇ ਪਾਤਸ਼ਾਹ ਸਹਾਈ ਹੋਣ। ਇਸ ਦੇ ਨਾਲ ਹੀ ਇਹ ਕਿਤਾਬ ਅੱਜ ਅਸੀਂ ਇੱਥੋਂ ਤੀਕ ਹੀ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।